पंकज बंदन पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शोभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बिसाला गुरु तेग बहादुर परम कृपाला परम कृपाला श्री गुरु गोबिंद सिंह बिसाला तरों तहरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग जिये कंकारा सतगुरु तेह प्रसाद सच होए वाहे गुरु जी की फतेह बेगन बिनाशन सोए धन धन सच्चे पातशाह गरीब नवाज अंतरजामी दीन दुनिया दे मालक जबर छतर तखत दे मालक दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह लोक परलोक विच दासां गरीबां दा भला करन वाले मेहरां करन वाले बख्शिंद सच्चे पातशाह दीन दयाल कृपाल सच्चे पातशाह मुकत भुगत जुगत के दाते सच्चे पातशाह महान खुशियां आनंद खेड़े बख्शिशां प्रदान करने वाले सच्चे पातशाह मेहरबान सतगुरु समरथ सतगुरु परतख सतगुरु धन धन अंतरजामी सच्चे पातशाह जी महाराज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्रेम दे नाल दोवें हाथ जोड़ के उच्चारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज हजूर सच्चे पातशाह महाराज जी दी पवित्र हाजूरी दे अंदर सुभाएमान हो करके आप जी गुरु सवारियां पासों महाराज सच्चे पातशाह जी की पवित्र गुरबाणी का कीर्तन सरवण कर रहे हो, सतगुरां दे सोहणे दर्शन दीदारे कर रहे हो।
ਜਿਸ ਦਰਸ਼ਨ ਨੂੰ ਕਰਨ ਦਾ ਬੜਾ ਵੱਡਾ ਮਹਾਤਮ ਹੈ, ਬੜਾ ਵੱਡਾ ਭਾਰੀ ਮਹਾਤਮ ਹੈ। ਆਪ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹੋ। ਸਾਧ ਸੰਗਤ ਜੀ, ਗੁਰਬਾਣੀ ਜੀ ਦਾ ਪਵਿੱਤਰ ਕੀਰਤਨ ਆਪ ਜੀ ਨੇ ਸਰਵਣ ਕੀਤਾ। ਅਮੋਘ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾ ਤਾਰਾ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਰੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਦੇ ਅਮੋਘ ਦਰਸ਼ਨ ਜਿਹੜੇ ਖਾਲੀ ਨਹੀਂ ਜਾਂਦੇ ਜੀ, ਜਿਨ੍ਹਾਂ ਦਾ ਲਾਭ ਹੀ ਲਾਭ ਹੈ, ਕਰਨ ਵਾਲੇ ਵੀ ਭਾਗਾਂ ਵਾਲੇ ਜੀ। ਔਰ ਜਿਨ੍ਹਾਂ ਦਰਸ਼ਨਾਂ ਦਾ ਲਾਭ ਵੀ ਲਾਭ ਹੈ, ਉਹ ਕੀਰਤਨ ਆਪ ਜੀ ਸੁਣ ਰਹੇ ਸੀ। ਇਸੇ ਤਰ੍ਹਾਂ ਹੀ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਕਰਨ ਦਏ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਵੀ ਬੜਾ ਲਾਭ ਹੈ। ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਰ ਰੋਜ਼ ਆ ਕੇ ਗੁਰੂ ਘਰ ਦੇ ਵਿੱਚ ਹੱਥ ਜੋੜਨੇ, ਗੁਰੂ ਸਾਹਿਬ ਅੱਗੇ ਸਿਰ ਝੁਕਾਉਣਾ, ਅੱਖਾਂ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਨੇ ਬੜਾ ਵੱਡਾ ਲਾਭ ਹੈ। ਸੰਗਤ ਜੀ, ਮੈਂ ਫਿਰ ਬੇਨਤੀ ਕਰਾਂ, ਅੱਜ ਸਾਡੇ ਵੀਰ ਪ੍ਰਚਾਰਕ ਆਪੋ ਆਪਣੀ ਮੱਤ ਦੇ ਅਨੁਸਾਰ ਇਹ ਗੱਲ ਕਹਿਣ ਲੱਗ ਪਏ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਹੈ ਜੀ। ਤੇ ਜਿਹੜਾ ਬਾਣੀ ਨੂੰ ਪੜ੍ਹਦਾ ਨਹੀਂ, ਇਹਦਾ ਮਤਲਬ ਉਹ ਦਰਸ਼ਨ ਨਹੀਂ ਕਰਦਾ। ਸੰਗਤ ਜੀ, ਇਹ ਗੱਲ ਉਹਨਾਂ ਦੇ ਮੁਤਾਬਕ ਤੇ ਠੀਕ ਹੈ, ਪਰ ਜਿਹੜਾ ਬੰਦਾ ਪੜ੍ਹਿਆ ਲਿਖਿਆ ਹੀ ਨਹੀਂ ਹੈਗਾ ਜੀ, ਜਿਹੜਾ ਪੜ੍ਹ ਲਿਖ ਹੀ ਨਹੀਂ ਸਕਦਾ ਜੀ, ਪੁਰਾਣੇ ਬਜ਼ੁਰਗ ਹੋਏ ਜੀ, ਪੜ੍ਹਾਈ ਲਿਖਾਈ ਤੇ ਹੋਣੀ ਆਈ ਜੀ। ਪਹਿਲੇ ਜ਼ਮਾਨਿਆਂ ਵਿੱਚ ਪਿੰਡ ਵਿੱਚ ਇੱਕ ਅੱਧਾ ਬੰਦਾ ਹੀ ਪੜ੍ਹਿਆ ਹੁੰਦਾ ਸੀਗਾ ਜੀ, ਤੇ ਚਿੱਠੀ ਪੜ੍ਹਨ ਵਾਸਤੇ, ਚਿੱਠੀ ਪੜ੍ਹਾਉਣ ਵਾਸਤੇ ਸਾਰਿਆਂ ਨੇ ਉਸ ਬੰਦੇ ਦੇ ਕੋਲ ਜਾਣਾ ਜੀ। ਹਾਂਜੀ, ਇਹਦਾ ਮਤਲਬ ਜਿਹਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਉਹਨੇ ਤੇ ਗੁਰੂ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਜੀ। ਹਾਂਜੀ, ਉਹਨਾਂ ਮੁਤਾਬਕ ਤੇ ਹੋਈ ਹੈ। ਗੁਰਮੁਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਨੂੰ ਪੜ੍ਹਨਾ ਅਗਲੀ ਗੱਲ ਹੈ ਜੀ। ਪਹਿਲਾਂ ਆ ਕੇ ਬਾਹਰੀ ਰੂਪ ਦੇ ਦਰਸ਼ਨ ਕਰਨੇ, ਇਹਦਾ ਵੀ ਬੜਾ ਵੱਡਾ ਲਾਭ ਹੈਗਾ ਜੀ। ਮਹਾਰਾਜ ਸੱਜੇ ਨੇ ਤਖਤ ਤੇ, ਸੋਹਣਾ ਚੌਰ ਸਾਹਿਬ ਹੋ ਰਿਹਾ, ਸੋਹਣਾ ਚੰਦੋਆ ਸਾਹਿਬ ਲੱਗਾ, ਹੱਥ ਜੋੜ ਕੇ ਮੱਥਾ ਟੇਕਣਾ, ਇਹਦਾ ਵੀ ਬੜਾ ਵੱਡਾ ਲਾਭ ਹੈਗਾ ਜੀ। ਇਹ ਗੱਲਾਂ ਵਿਅਰਥ ਨਹੀਂ ਹੈਗੀਆਂ। ਸੋ ਤੁਸੀਂ ਗੁਰੂ ਘਰ ਵਿੱਚ ਆ ਕੇ ਹਰ ਰੋਜ਼ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋ, ਵੱਡੇ ਭਾਗਾਂ ਵਾਲੇ ਹੋ। ਬੜੇ ਪ੍ਰੇਮ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਹੁਣ ਸਾਰੀ ਸੰਗਤ ਦੋਵੇਂ ਹੱਥ ਜੋੜੋ, ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਜੰਗ ਆਪ ਜੀ ਸਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਸੁਣਿਆ, ਕੁਤਬ ਖਾਨ ਦੇ ਹੱਥੋਂ ਭਾਈ ਲੱਖੂ ਜੀ ਸ਼ਹੀਦ ਹੋਏ ਜੀ। ਭਾਈ ਲੱਖੂ ਜੀ ਦਾ ਜੀਵਨ ਬੜਾ ਵੱਡਾ ਜੀ। ਭਾਈ ਲੱਖੂ ਜੀ ਦਾ ਜੀਵਨ ਬੜੀਆਂ ਬਖਸ਼ਿਸ਼ਾਂ ਭਰਿਆ ਜੀਵਨ ਜੀ, ਤੇ ਬੜਾ ਮਿਹਰਾਂ ਵਾਲਾ ਜੀਵਨ ਜੀ। ਬੜੇ ਘੱਟ ਐਸੇ ਗੁਰਮੁਖ ਸਾਧੂ ਸੰਤ ਮਹਾਤਮਾ ਨੇ ਜਿਨ੍ਹਾਂ ਦੇ ਜੀਵਨ ਬਖਸ਼ਿਸ਼ਾਂ ਤੇ ਮਿਹਰਾਂ ਵਾਲੇ ਸਨ ਜੀ। ਹੁਣ ਵੀ ਨੇ ਬਹੁਤ ਘੱਟ ਐਸੇ ਗੁਰਮੁਖ ਮਹਾਂਪੁਰਖ ਜਿਹੜੇ ਜਿੱਥੇ ਚਰਨ ਪਾ ਦੇਣ ਉੱਥੇ ਮਿਹਰਾਂ ਹੀ ਮਿਹਰਾਂ ਵਰਤਣ ਲੱਗ ਪੈਂਦੀਆਂ ਜੀ। ਗੁਰਮੁਖੋ, ਸੱਚੇ ਪਾਤਸ਼ਾਹ ਤੇ ਬਹੁਤ ਵੱਡੇ ਨੇ। ਗੁਰੂ ਸਾਹਿਬ ਜੀ ਦਾ ਨਾਮ ਜਪਣ ਵਾਲੇ, ਗੁਰੂ ਜੀ ਦੀ ਗੁਰਬਾਣੀ ਪੜ੍ਹਨ ਵਾਲੇ ਸਿੱਖਾਂ ਵਿੱਚ ਬੜੀ ਤਾਕਤ ਹੈਗੀ ਹੈ। ਉਹ ਜਿੱਥੇ ਆਪਣੇ ਚਰਨ ਪਾ ਦੇਣ ਉੱਥੇ ਵੀ ਲਹਿਰਾਂ ਬਹਿਰਾਂ ਵਰਤਣ ਲੱਗ ਪੈਂਦੀਆਂ ਜੀ। ਐਸੇ ਗੁਰਮੁਖ ਸਾਧੂ ਮਹਾਤਮਾ ਪੁਰਾਤਨ ਸਮੇਂ ਵਿੱਚ ਉਹਨਾਂ ਦਾ ਜੀਵਨ ਪੜ੍ਹਦੇ ਰਹੇ ਆ। ਹੁਣ ਵੀ ਜਿਹੜਾ ਆਪਣੀ ਆਪਣੀ ਕਮਾਈ ਦੇ ਹਿਸਾਬ ਦੇ ਨਾਲ ਲੱਗਾ ਹੈ, ਕੁਝ ਨਾ ਕੁਝ ਤੇ ਉਹਨੂੰ ਜ਼ਰੂਰ ਪ੍ਰਾਪਤ ਹੋਏਗਾ ਜੀ। ਤੁਸਾਂ ਸੁਣਿਆ ਭਾਈ ਲੱਖੂ ਜੀ ਜੰਗ ਵਿੱਚ ਸ਼ਹੀਦ ਹੋਏ ਜੀ। ਭਾਈ ਲੱਖੂ ਜੀ ਦਾ ਜੀਵਨ ਬਹੁਤ ਵੱਡਾ ਤੇ ਬੜਾ ਵਿਸ਼ਾਲ ਜੀਵਨ ਜੀ। ਪਹਿਲਾਂ ਮੋਢੇ ਵਿੱਚ ਤੀਰ ਵੱਜ ਗਿਆ, ਫਿਰ ਗੋਲੀਆਂ ਵੀ ਵੱਜੀਆਂ, ਉਸੇ ਤਰ੍ਹਾਂ ਹੀ ਭੱਜਦੇ ਗਏ ਜੀ। ਅਖੀਰ ਮੱਥੇ ਵਿੱਚ ਤੀਰ ਵੱਜਾ ਜੀ, ਬੇਹੋਸ਼ੀ ਹੋ ਗਈ।
ਬੇਹੋਸ਼ ਹੋਇਆਂ ਦਾ ਸਿਰ ਵੱਢ ਕੇ ਕੋਈ ਲੈ ਗਿਆ ਜੀ। ਹਾਂਜੀ, ਅੱਜ ਜਿਹੜੀ ਕਥਾ ਸੁਣਨੀ ਹੈ ਉਹ ਬੜੀ ਮਹਾਨ ਕਥਾ ਜੀ, ਤੇ ਬੜੀ ਸਿੱਖਿਆ ਵਾਲੀ ਵੀ ਕਥਾ ਜੀ। ਉਸ ਕਥਾ ਨੂੰ ਕਰਕੇ ਤੇ ਸੁਣ ਕੇ ਡਰ ਵੀ ਪੈਦਾ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਡਰ ਪੈਦਾ ਹੋਣਾ ਵੀ ਚਾਹੀਦਾ ਜੀ। ਪਤਾ ਕਿਉਂ ਜੀ? ਇਸ ਕਰਕੇ ਡਰ ਪੈਦਾ ਹੋਣਾ ਚਾਹੀਦਾ ਵੀ ਅਸੀਂ ਕਿਤੇ ਉਹਨਾਂ ਗੱਲਾਂ ਵਿੱਚ ਸ਼ਾਮਲ ਨਾ ਹੋ ਜਾਈਏ। ਮਾੜੇ ਨਹੀਂ ਤੇ ਘੱਟੋ ਘੱਟ ਚੰਗੇ ਸਿੱਖਾਂ ਵਿੱਚ ਮਹਾਰਾਜ ਜ਼ਰੂਰ ਕਿਰਪਾ ਕਰਨ, ਉਹਨਾਂ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਤੇ ਗੁਰੂ ਕਿਰਪਾ ਕਰੇ, ਜੀਵਨ ਵਧੀਆ ਬਣਿਆ ਰਵੇ ਜੀ, ਵਧੀਆ ਜੀਵਨ ਬਣਿਆ ਰਹੇ। ਔਰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਗੁਰੂ ਜੀ ਦੇ ਪਿਆਰ ਵਾਲੀ ਬਣੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਤੁਸਾਂ ਵੀ ਕੋਸ਼ਿਸ਼ ਕਰਨੀ ਤੇ ਅਸੀਂ ਵੀ ਕਰ ਰਹੇ ਹਾਂ। ਜਿਹੜੀ ਜ਼ਿੰਦਗੀ ਹੈ, ਜਿਹੜਾ ਜੀਵਨ ਹੈ, ਉਹ ਗੁਰੂ ਜੀ ਦੇ ਪਿਆਰ ਵਾਲਾ ਤੇ ਗੁਰੂ ਜੀ ਦੀ ਬਖਸ਼ਿਸ਼ ਵਾਲਾ ਬਣੇ ਜੀ, ਬਖਸ਼ਿਸ਼ ਵਾਲਾ ਜੀ। ਜਿੱਥੇ ਗੁਰੂ ਕਾ ਸਿੱਖ ਪਿਆਰ ਨਾਲ ਜਾਵੇ, ਕੁਛ ਬੋਲੇ ਕੁਝ ਸੁਣੇ, ਉੱਥੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਵਰਤਣ ਜੀ। ਹੁਣ ਸੁਣੋ ਅੱਜ ਵਾਲੀ ਕਥਾ ਜੀ। ਭਾਈ ਲੱਖੂ ਜੀ ਜੰਗ ਵਿੱਚ ਸ਼ਹੀਦ ਹੋ ਗਏ ਨੇ। ਦਿਨ ਚੜ੍ਹੇ ਨੂੰ 1 ਪਹਿਰ ਦਾ ਸਮਾਂ ਹੋ ਗਿਆ ਜੀ। ਬੜਾ ਭਿਆਨਕ ਕਰਤਾਰਪੁਰ ਸਾਹਿਬ ਵਿੱਚ ਜੰਗ ਹੋ ਰਿਹਾ। ਤੇ ਹੁਣ ਸੁਣੋ ਇਹਦੇ ਤੋਂ ਅੱਗੇ ਕੀ ਪ੍ਰਸੰਗ ਹੈ। ਸਭ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਂਦ ਖਾਂ ਅਰ ਗੁਰੂ ਕੋ ਸੁਨੋ ਜੰਗ ਜਿਮਕੀਨ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖ ਰਹੇ ਨੇ। ਉਹ ਕਹਿੰਦੇ ਸੰਗਤ ਜੀ ਹੁਣ ਸੁਣੋ ਪੈਂਦੇ ਖਾਂ ਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿਸ ਤਰੀਕੇ ਨਾਲ ਜੰਗ ਹੋਇਆ ਜੀ। ਤੁਸਾਂ ਇਸ ਜੰਗ ਦਾ ਮੁੱਢ ਤੇ ਪੈਂਦੇ ਖਾਂ ਤੋਂ ਹੀ ਵੱਜਿਆ ਜੀ। ਹਾਂਜੀ, ਤੇ ਹੁਣ ਸੁਣੋ ਪੈਂਦੇ ਖਾਂ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੰਗ ਕਿਸ ਤਰੀਕੇ ਨਾਲ ਹੁੰਦਾ ਜੀ। ਹਾਂਜੀ, ਦੋਹਾਂ ਦੇਸ਼ ਭੱਟ ਦੇਖਤ ਰਹੇ ਜਾਣੇ ਜੁਗ ਬਲ ਬੀਨ। ਪੈਂਦੇ ਖਾਂ ਨੂੰ ਪ੍ਰੇਰਿਤ ਕੀਤਾ ਕਾਲੇ ਖਾਂ ਨੇ। ਉਹ ਕਹਿੰਦਾ ਕਾਲੇ ਖਾਂ ਵੀ ਪੈਂਦੇ ਖਾਂ ਤੂੰ ਇੱਥੇ ਹੁਣ ਖਲੋਤਾ ਕੀ ਵੇਖਣਿਆ। ਜੰਗ ਦੇ ਮੈਦਾਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੁਰੇ ਫਿਰ ਰਹੇ ਨੇ ਤੇ ਜਾ ਉਹਨਾਂ ਨੂੰ ਜਾ ਕੇ ਫੜ। ਪੈਂਦੇ ਖਾਂ ਤੁਰ ਪਿਆ ਗੁਰੂ ਹਰਗੋਬਿੰਦ ਸਾਹਿਬ ਵੱਲ ਘੋੜੇ ਤੇ ਚੜ ਕੇ ਜੀ। ਦੋਵਾਂ ਪਾਸਿਆਂ ਦੇ ਸੂਰਮੇ ਵੇਖਣ ਲੱਗ ਪਏ ਜੀ। ਜਦੋਂ ਪੈਂਦੇ ਖਾਂ ਨੇੜੇ ਆਇਆ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਤੇ ਹੋਰ ਸਿੱਖਾਂ ਨੂੰ ਵੀ ਦੂਰ ਕਰ ਦਿੱਤਾ ਜੀ। ਮਹਾਰਾਜ ਕਹਿੰਦੇ ਤੁਸੀਂ ਵੀ ਦੂਰ ਚੱਲੋ, ਪੈਂਦੇ ਖਾਂ ਦੇ ਨਾਲ ਅਸਾਂ ਕੱਲਿਆਂ ਨੇ ਜੰਗ ਕਰਨਾ ਕਹਿਣ ਲੱਗੇ। ਪੈਂਦੇ ਖਾਂ ਨਾਲ ਕੱਲੇ ਜੰਗ ਕਰਾਂਗੇ। ਪੈਂਦੇ ਖਾਂ ਦੇ ਬੰਦੇ ਵੀ ਇੱਕ ਪਾਸੇ ਖਲੋ ਕੇ ਵੇਖਣ ਲੱਗ ਪਏ। ਗੁਰੂ ਸਾਹਿਬ ਦੇ ਸੂਰਮੇ ਵੀ ਇੱਕ ਪਾਸੇ ਖਲੋ ਕੇ ਵੇਖਣ ਲੱਗ ਪਏ ਵੀ ਹੁਣ ਕੈਸਾ ਜੰਗ ਹੋਏਗਾ ਜੀ। ਹਾਂਜੀ, ਖਰੇ ਗੁਰੂ ਏਕਲ ਪਿਖੇ ਚਿਤ ਕੀ ਚੌਂਪ ਬੰਧਾਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੱਲਿਆਂ ਨੂੰ ਖਲੋਤਿਆਂ ਵੇਖਿਆ ਨਾ ਜੀ ਪੈਂਦੇ ਖਾਂ ਨੇ, ਪੈਂਦਾ ਖਾਂ ਬੜਾ ਖੁਸ਼ ਹੋਇਆ ਜੀ। ਬੜਾ ਖੁਸ਼ ਹੋਇਆ ਵੀ ਗੁਰੂ ਹਰਗੋਬਿੰਦ ਸਾਹਿਬ ਕੱਲਿਆਂ ਖਲੋਤੇ ਨੇ। ਵੇਖ ਲਓ ਕਿਵੇਂ ਇਸ ਗੱਲੋਂ ਖੁਸ਼ ਹੋਇਆ ਵੀ ਮੈਂ ਗੁਰੂ ਸਾਹਿਬ ਨੂੰ ਮਾਰਨਾ ਜੀ। ਇਹਨੂੰ ਗੁਰੂ ਸਾਹਿਬ ਨੇ ਪਾਲਿਆ ਹੈਗਾ ਜੀ। ਆਪਣੇ ਮੁਖ ਚੋਂ ਗਰਾਈਆਂ ਕੱਢ ਕੱਢ ਇਹਦੇ ਮੁਖ ਵਿੱਚ ਪਾਈਆਂ ਹੈਗੀਆਂ ਜੀ। ਇਹ ਇੱਕ ਤਰੀਕੇ ਦਾ ਮੁਹਾਵਰਾ, ਇਹਨੂੰ ਗਲਤ ਤਰੀਕੇ ਨਾਲ ਨਾ ਲੈ ਲਿਓ। ਕਹਿਣ ਦਾ ਭਾਵ ਵੀ ਬੜੇ ਪਿਆਰ ਨਾਲ ਪਾਲਿਆ ਹੈਗਾ ਜੀ ਇਹਨੂੰ ਜੀ, ਬੜੇ ਪਿਆਰ ਨਾਲ। ਹੁਣ ਵੇਖ ਲਓ ਜੰਗ ਵਿੱਚ ਕੱਲਿਆਂ ਖਲੋਤਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਿਆ, ਇਹਦੇ ਮਨ ਅੰਦਰ ਬੜਾ ਚਾਅ ਪੈਦਾ ਹੋਇਆ ਵੀ ਮੈਂ ਹੁਣ ਗੁਰੂ ਜੀ ਨਾਲ ਜੰਗ ਕਰਾਂਗਾ। ਹਾਂਜੀ, ਪੈਂਦ ਖਾਂ ਹਾਏ ਚਪਲ ਕੋ ਪ੍ਰੇਰਿਓ ਚਲੇ ਫੰਦਾਏ। ਪੈਂਦੇ ਖਾਂ ਘੋੜੇ ਨੂੰ ਪ੍ਰੇਰਿਤ ਕਰਕੇ ਲਗਾਮ ਖਿੱਚ ਕੇ ਤੇ ਗੁਰਮੁਖੋ ਇਹਨੇ ਘੋੜੇ ਨੂੰ ਆਖਿਆ ਵੀ ਚੱਲ ਤੁਰ ਭਾਈ। ਹਾਂਜੀ, ਇਹਨੂੰ ਇਸ਼ਾਰਾ ਦਿੱਤਾ ਘੋੜੇ ਨੂੰ। ਘੋੜਾ ਵੀ ਅੱਗੇ ਨੂੰ ਤੁਰ ਪਿਆ।
ਜਿੱਧਰ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖਲੋਤੇ ਸਨ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਘੋੜਾ ਵੀ ਉਸ ਪਾਸੇ ਨੂੰ ਤੁਰ ਪਿਆ ਜੀ। ਹਾਂਜੀ। ਪਿਖੈ ਸੈਨ ਦੋਊ ਲਖੈ ਜੰਗ ਹੋਊ। ਦੋਵੇਂ ਪਾਸੇ ਦੀਆਂ ਸੈਨਾਵਾਂ ਵੇਖਣ ਦਈਆਂ ਜੀ। ਇਧਰ ਗੁਰੂ ਹਰਗੋਬਿੰਦ ਸਾਹਿਬ ਇਕੱਲੇ ਖਲੋਤੇ ਨੇ, ਉਧਰ ਪੈਂਦੇ ਖਾਂ ਘੋੜੇ ਤੇ ਚੜਿਆ ਆ ਰਿਹਾ। ਮਹਾਰਾਜ ਖਲੋਤੇ ਦਾ ਭਾਵ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਘੋੜੇ ਤੇ ਇਕੱਲਿਆਂ ਹੀ ਬੈਠੇ ਜੀ। ਆਸੇ ਪਾਸੇ ਕੋਈ ਹੋਰ ਸਿੱਖ ਨਹੀਂ ਹੈਗਾ ਜੀ। ਉਧਰ ਪੈਂਦੇ ਖਾਂ ਵੀ ਘੋੜੇ ਤੇ ਚੜਿਆ ਆ ਰਿਹਾ। ਹਾਂਜੀ। ਲੱਗੈ ਡੰਕ ਘਾਊ ਸੋ ਬਾਜ ਜੁਝਾਊ। ਹੁਣ ਸਾਰਿਆਂ ਨੂੰ ਇਸ ਤਰੀਕੇ ਨਾਲ ਹੋ ਗਿਆ ਵੀ ਹੁਣ ਜੰਗ ਹੋਏਗਾ। ਇੱਕ ਪਾਸੇ ਕਾਲੇ ਖਾਂ ਨੇ ਨਗਾਰਾ ਵਜਵਾ ਦਿੱਤਾ ਵੀ ਚੱਲ ਪੈਂਦੇ ਖਾਂ ਤੂੰ ਚੱਲ। ਉਹਨੇ ਨਗਾਰਾ ਵਜਾ ਦਿੱਤਾ ਜੀ, ਇੱਕ ਬੰਨੇ ਨਗਾਰੇ ਵਾਲੇ ਨੇ। ਤੇ ਹੁਣ ਜੰਗ ਦੀ ਤਿਆਰੀ ਹੋ ਰਹੀ ਹੈ। ਕਿਹਦੇ ਅਧੀਨ ਹੋ ਰਿਹਾ, ਕਿੰਨਾ ਵਿਚਕਾਰ ਹੋ ਰਿਹਾ? ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਂ ਦੇ ਵਿਚਕਾਰ ਜੀ। ਹਾਂਜੀ। ਵਰੋਲਾ ਤੁਰੰਗੰ ਵੱਡੇ ਬੇਗ ਸੰਗੰ। ਹਾਂਜੀ। ਹੁਤੋ ਕੋਟ ਛੋਟਾ ਭੰਟੰ ਕੀ ਨਿਓਟਾ। ਤੇ ਬੜੇ ਧਿਆਨ ਨਾਲ ਇੱਕ ਗੱਲ ਸੁਣਿਓ। ਇਹ ਗੱਲ ਸੁਣ ਕੇ ਨਾ ਜੀ ਬੰਦੇ ਦਾ ਅੰਦਰ ਹਿੱਲਦਾ ਜੀ। ਪਤਾ ਕੀ ਜੀ, ਪੈਂਦੇ ਖਾਂ ਜਿਸ ਘੋੜੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਚੜ ਕੇ ਆ ਰਿਹਾ ਨਾ ਜੀ, ਉਹ ਘੋੜਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਗੁਰੂ ਹਰਗੋਬਿੰਦ ਸਾਹਿਬ ਦਾ ਬਖਸ਼ਿਆ ਹੋਇਆ ਘੋੜਾ ਜੀ। ਗੁਰੂ ਸਾਹਿਬ ਕੋਲੋਂ ਹੀ ਘੋੜਾ ਲੈ ਕੇ ਤੇ ਗੁਰੂ ਸਾਹਿਬ ਉੱਤੇ ਚੜਾਈ ਕਰਕੇ ਆਇਆ ਜੀ। ਇਹ ਜੀ ਬੰਦਾ ਇੱਥੋਂ ਤੱਕ ਡਿੱਗ ਜਾਂਦਾ ਜੀ। ਗੁਰੂ ਸਾਹਿਬ ਦੀ ਵਸਤੂ, ਬਖਸ਼ੀ ਹੋਈ ਵਸਤੂ ਜੀ, ਉਹਦੇ ਉੱਤੇ ਚੜ ਕੇ ਆਇਆ ਗੁਰੂ ਸਾਹਿਬ ਜੀ ਨੂੰ ਮਾਰਨ ਵਾਸਤੇ। ਇਹ ਵੀ ਵਿਚਾਰ ਨਹੀਂ ਕੀਤੀ ਵੀ ਜਿਸ ਘੋੜੇ ਤੇ ਚੜ ਕੇ ਜਾ ਰਿਹਾ ਇਹ ਘੋੜਾ ਵੀ ਇਹਨਾਂ ਦਾ ਹੀ ਦਿੱਤਾ ਹੋਇਆ ਜੀ। ਜੇ ਬੰਦਾ ਇੰਨੀ ਗੱਲ ਸੋਚ ਲਵੇ ਨਾ ਜੀ, ਥੋੜੀ ਬਹੁਤੀ ਸ਼ਰਮ ਆਵੇ ਤੇ ਪਿੱਛੇ ਨੂੰ ਜਾਵੇ ਜੀ ਵੀ ਇਹ ਘੋੜਾ ਤੇ ਗੁਰੂ ਸਾਹਿਬ ਦਾ ਦਿੱਤਾ ਹੋਇਆ। ਇੱਥੋਂ ਤੱਕ ਸੰਗਤ ਜੀ, ਜਿਹੜੇ ਕੱਪੜੇ ਪੈਂਦੇ ਖਾਂ ਨੇ ਆਪਣੇ ਸਰੀਰ ਤੇ ਪਾਏ ਉਹ ਗੁਰੂ ਸਾਹਿਬ ਦੇ ਦਿੱਤੇ ਹੋਏ ਕੱਪੜੇ ਨੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਦਾ ਦਿੱਤਾ ਖਾ ਕੇ, ਗੁਰੂ ਸਾਹਿਬ ਦਾ ਦਿੱਤਾ ਹੋਇਆ ਪਹਿਨ ਕੇ ਵੀ ਪੈਂਦੇ ਖਾਂ ਕੈਸੀ ਗੱਦਾਰੀ ਕਰ ਰਿਹਾ ਜੀ। ਜਿਹੜਾ ਉਹ ਸਿੱਖ ਘੋੜਾ ਲੈ ਕੇ ਆਇਆ ਸੀ ਨਾ ਜੀ ਮਹਾਰਾਜ ਵਾਸਤੇ, 6 ਵਸਤੂਆਂ ਲੈ ਕੇ ਆਇਆ ਸੀ। ਉਹਨਾਂ ਵਿੱਚੋਂ ਲੱਖ ਰੁਪਏ ਦਾ ਜਿਹੜਾ ਘੋੜਾ ਉਹ ਗੁਰੂ ਸਾਹਿਬ ਨੇ ਇਹਨੂੰ ਦਿੱਤਾ ਸੀ ਤੇ ਘੋੜੇ ਦਾ ਨਾਮ ਵਾਵਰੋਲਾ ਰੱਖਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਵਰੋਲਾ ਘੋੜੇ ਦਾ ਨਾਮ ਰੱਖਿਆ ਸੀਗਾ। ਹਾਂਜੀ। ਉਸੇ ਘੋੜੇ ਉੱਤੇ ਚੜ ਕੇ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ ਆਪਣੇ ਵੱਲੋਂ ਆ ਰਿਹਾ ਜੀ। ਹਾਂਜੀ। ਤਹਾਂ ਵਿੱਚ ਠਾਂਡੇ ਗੁਰੂ ਕੋਪ ਗਾਡੇ। ਹਾਂਜੀ। ਵਿਖੇ ਪੈਂਦੇ ਖਾਨਾ ਕੁਦਾਇਓ ਕੀ ਕਾਨਾ। ਤੇ ਹੁਣ ਘੋੜਾ ਬੜਾ ਬਲੀ ਸੀ, ਬੜਾ ਵੱਡਾ ਘੋੜਾ ਸੀ। ਜੰਗ ਦਾ ਮੈਦਾਨ ਇੰਨਾ ਵੱਡਾ ਨਹੀਂ ਸੀ। ਦੂਰੋਂ ਹੀ ਗੁਰੂ ਸਾਹਿਬ ਪਛਾਣ ਗਏ ਇਹ ਉਹੋ ਹੀ ਘੋੜਾ ਜਿਹੜਾ ਇਹਨੂੰ ਅਸੀਂ ਦਿੱਤਾ ਸੀਗਾ ਜੀ। ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਐਦਾਂ ਨਹੀਂ ਆਖਣਾ ਗੁਰਮੁਖੋ, ਥੋੜਾ ਜਿਹਾ ਗੱਜ ਕੇ ਆਖੋ। ਸੱਚੇ ਪਾਤਸ਼ਾਹ ਵੇਖ ਕੇ ਪਛਾਣ ਗਏ ਵੀ ਇਹ ਘੋੜਾ ਤੈਨੂੰ ਅਸਾਂ ਹੀ ਦਿੱਤਾ ਜੀ। ਜਿਸ ਘੋੜੇ ਤੇ ਚੜ ਕੇ ਆ ਰਿਹਾ ਉਹ ਘੋੜਾ ਇਹਨੂੰ ਅਸਾਂ ਹੀ ਦਿੱਤਾ ਜੀ। ਮਹਾਰਾਜ ਵੀਰ ਰਸ ਵਿੱਚ ਆ ਗਏ। ਸੱਚੇ ਪਾਤਸ਼ਾਹ ਵੀ ਫਿਰ ਆਪਣੇ ਘੋੜੇ ਤੇ ਸੱਜ ਗਏ ਜੀ। ਹਾਂਜੀ। ਭਇਓ ਲੱਖ ਮੋਲਾ ਸੋ ਨਾਮੰਗ ਵਰੋਲਾ। ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਤੇ ਵਾਵਰੋਲਾ ਘੋੜਾ। ਹਾਂਜੀ। ਔਰ 1 ਲੱਖ ਰੁਪਏ ਦਾ ਘੋੜਾ ਇਹਨੂੰ ਗੁਰੂ ਘਰ ਵੱਲੋਂ ਹੀ ਮਿਲਿਆ। ਹਾਂਜੀ। ਚਲਾਕੀ ਦਿਖਾਈ ਗੁਰੂ ਤੀਰ ਜਾਈ। ਗੁਰੂ ਸਾਹਿਬ ਅਜੇ ਵਿਚਾਰ ਹੀ ਕਰਨ ਦੇ ਜੀ। ਪੈਂਦਾ ਖਾਂ ਛੇਤੀ ਨਾਲ ਘੋੜੇ ਨੂੰ ਚਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਹੀ ਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਸਾਰੀ ਜੰਗ ਦਾ ਤੱਤ ਸਾਰ ਇੱਥੇ ਹੈਗਾ ਜੀ ਗੁਰਮੁਖੋ। ਹਾਂਜੀ। ਬੰਦਾ ਡਰਦਾ ਹੀ ਰਵੇ, ਡਰਦਾ ਹੀ ਰਵੇ। ਗੁਰੂ ਘਰ ਦਾ ਸਾਜੋ ਸਮਾਨ ਵਰਤ ਕੇ ਗੁਰੂ ਘਰ ਨਾਲ ਹੀ ਜੰਗ ਕਰਨ ਵਾਸਤੇ ਆ ਗਿਆ ਜੀ। ਪੈਂਦੇ ਖਾਂ ਚਲਾਕੀ ਵਰਤ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਹੀ ਆ ਗਿਆ ਜੀ। ਹਾਂਜੀ। ਲਿਓ ਖੇਂਚ ਖੰਡਾ ਤ੍ਰਿਖੀ ਧਾਰ ਚੰਡਾ। ਇਹ ਗੁਰਮੁਖੋ ਪੈਂਦੇ ਖਾਂ ਨੇ ਉਹ ਖੰਡਾ ਕੱਢ ਲਿਆ ਤਿੱਖਾ ਜੀ। ਜਿਹੜਾ ਖੰਡਾ ਇਹਨੂੰ ਗੁਰੂ ਸਾਹਿਬ ਨੇ ਦਿੱਤਾ ਸੀਗਾ ਜੀ। ਅੱਜ ਕੇ ਆਖੋ ਵਾਹਿਗੁਰੂ। ਜਿਹੜਾ ਖੰਡਾ ਗੁਰੂ ਸਾਹਿਬ ਉੱਤੇ ਚਲਾਉਣ ਲੱਗਾ ਨਾ ਜੀ ਪੈਂਦੇ ਖਾਂ,
ਉਹ ਖੰਡਾ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਦਿੱਤਾ ਹੋਇਆ ਸੀਗਾ ਜੀ। ਹਾਂਜੀ, ਉਹਨੇ ਖੰਡਾ ਕੱਢ ਲਿਆ ਜਿਹੜਾ ਬੜਾ ਤਿੱਖਾ ਸੀਗਾ ਜੀ। ਹਾਂਜੀ, ਹਟੇ ਔਰ ਹੇਰੇ ਨਹੀਂ ਹੋਤ ਨੇਰੇ। ਸਾਰੇ ਪਿੱਛੇ ਪਿੱਛੇ ਹੋ ਗਏ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਹੁਣ ਪੈਂਦੇ ਖਾਂ ਆ ਰਿਹਾ, ਹੁਣ ਪਿੱਛੇ ਹੋ ਜਾਓ ਭਾਈ। ਮਹਾਰਾਜ ਨੇ ਆਖਿਆ ਸੀ, ਸਾਰੇ ਪਿੱਛੇ ਪਿੱਛੇ ਹੋ ਗਏ। ਕੋਈ ਵੀ ਸਿੱਖ ਹੁਣ ਲਾਗੇ ਨਹੀਂ ਆ ਰਿਹਾ। ਉਧਰੋਂ ਪੈਂਦੇ ਖਾਂ ਦੀਆਂ ਫੌਜਾਂ ਦਾ ਵੀ ਕੋਈ ਨੇੜੇ ਨਹੀਂ ਆ ਰਿਹਾ। ਹਾਂਜੀ, ਸਭੈ ਚੌਪ ਸੰਗਾ ਦਿਖੈ ਦੁੱਧ ਜੰਗਾ। ਸਾਰੇ ਬੜੀ ਚੌਂਪ ਦੇ ਨਾਲ, ਬੜੀ ਰੁਚੀ ਦੇ ਨਾਲ ਜੁੱਧ ਵੇਖਣ ਲੱਗ ਪਏ ਵੀ ਹੁਣ ਪੈਂਦੇ ਖਾਂ ਕੈਸਾ ਵਾਰ ਕਰੇਗਾ ਗੁਰੂ ਜੀ ਉੱਤੇ। ਹਾਂਜੀ, ਭਇਓ ਪੈਂਦ ਨੇਰੇ ਕਹਿਓ ਬਾਕ ਟੇਰੇ। ਤੇ ਗੁਰਮੁਖੋ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਹੋ ਕੇ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹੋ ਜਿਹੇ ਬੋਲ ਬੋਲਣ ਲੱਗਾ ਜੀ। ਹੁਣ ਗੱਲ ਬੜੇ ਧਿਆਨ ਨਾਲ ਸੁਣੋ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਜਦੋਂ ਦੀ ਬਾਬਾ ਬਿਧੀ ਚੰਦ ਜੀ ਕੋਲੋਂ ਕੁੱਟ ਪਈ ਨਾ ਜੀ ਇਹਨੂੰ, ਹੋਣੀ ਇਹਨੇ ਪਹਿਲਾਂ ਹੀ ਬੋਲ ਬੋਲਿਆ ਗੁਰੂ ਜੀ ਨਾਲ ਆ ਕੇ ਜੀ। ਉਰੋਂ ਦਾ ਦਰਸ਼ਨ ਨਹੀਂ ਸੀ ਹੋਏ, ਉਰੋਂ ਤੇ ਝੂਠੀਆਂ ਸਹੁੰਵਾਂ ਖਾ ਕੇ ਗਿਆ ਜੀ। ਹਾਂਜੀ, ਤੇ ਹੁਣ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਤੇ ਇਹ ਸਾਰਾ ਕੁਝ ਭੁੱਲ ਗਿਆ ਵੀ ਕਿਵੇਂ ਬਚਪਨ ਵਿੱਚ ਇਹਨਾਂ ਮੈਨੂੰ ਪਾਲਿਆ ਜੀ, ਕਿਵੇਂ ਮੇਰੀ ਪਰਵਰਿਸ਼ ਕੀਤੀ। ਪੈਂਦੇ ਖਾਂ ਨੂੰ ਭੁੱਲ ਹੀ ਗਈ ਜੀ ਗੱਲ ਜੀ। ਤੇ ਪੈਂਦੇ ਖਾਂ ਬੜੇ ਗੁੱਸੇ ਵਿੱਚ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ। ਹਾਂਜੀ, ਗੁਰੂ ਜੀ ਸੰਭਾਰੋ ਜਥਾ ਓਟ ਧਾਰੋ। ਹਾਂਜੀ, ਕਰੋ ਨਾਹੇ ਟਾਰਾ ਚਿੱਤੋ ਮੋਹਿ ਮਾਰਾ। ਕਹਿਣ ਲੱਗਾ ਗੁਰੂ ਜੀ ਸੰਭਾਲੋ, ਕਹਿਣ ਲੱਗਾ ਮੇਰਾ ਵਾਰ। ਮੈਂ ਵਾਰ ਕਰਨ ਲੱਗਾ, ਤੇ ਤਾਕਤ ਲਾਓ ਆਪਣੀ ਤੇ ਮੇਰਾ ਵਾਰ ਲੋਕੋ। ਇਹ ਨਹੀਂ ਪਤਾ ਦੁਸ਼ਟਾ, ਤੈਨੂੰ ਵਾਰ ਕਰਨਾ ਸਿਖਾਇਆ ਹੀ ਗੁਰੂ ਸਾਹਿਬ ਨੇ ਹੈ ਜੀ। ਮਹਾਰਾਜ ਨੇ ਸਿਖਾਇਆ ਹੀ ਸਾਰਾ ਕੁਝ। ਗੁਰੂ ਸਾਹਿਬ ਨੇ ਸਿੱਖਿਆ ਦਿਖਿਆ ਦਿੱਤੀ ਸਾਰੀ ਜੀ। ਕਹਿਣ ਲੱਗਾ ਮੇਰਾ ਵਾਰ ਰੋਕੋ, ਮੈਂ ਵਾਰ ਕਰਨ ਲੱਗਾ ਤੁਹਾਡੇ ਤੇ। ਹਾਂਜੀ, ਸੋ ਪਲਟੇ ਕੋ ਸਮੋ ਅਬ ਲੈਹੋਂ ਪਕਰੋਂ ਤੋਹੇ। ਤੁਸੀਂ ਮੇਰੀ ਬੜੀ ਬੇਪਤੀ ਕੀਤੀ। ਕਹਿਣ ਲੱਗਾ ਬੇਪਤੀ ਤੇ ਚੇਤਾ ਰਹਿ ਗਈ ਜੀ, ਝੂਠੀ ਬੇਪਤੀ ਜੀ। ਤੇ ਜਿਹੜੀ ਇੱਜ਼ਤ ਮਿਲੀ ਉਹ ਚੇਤਾ ਭੁੱਲ ਗਈ ਜੀ ਸਾਰੀ ਜੀ। ਹਾਂਜੀ, ਕਹਿਣ ਲੱਗਾ ਤੁਸੀਂ ਮੇਰੀ ਬੜੀ ਬੇਪਤੀ ਕੀਤੀ, ਹੁਣ ਬਦਲਾ ਲੈਣ ਵਾਸਤੇ ਮੈਂ ਆ ਗਿਆ। ਕਹਿਣ ਲੱਗਾ ਹਾਂਜੀ, ਸ਼ਾਹ ਜਹਾਂ ਕੇ ਨਿਕਟਲੇ ਤਿਨਹਿ ਸ਼ੋਰਨ ਹੋਏ। ਤੇ ਕੰਨਾਂ ਨੂੰ ਹੱਥ ਲੱਗਦਾ ਜਿਹੜੀਆਂ ਗੱਲਾਂ ਸਮਰੱਥ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖਲੋ ਕੇ ਇਹਨੇ ਗੁਰੂ ਜੀ ਨੂੰ ਆਖੀਆਂ ਜੀ। ਪਤਾ ਕੀ ਕਹਿਣ ਲੱਗਾ ਜੀ? ਕਹਿਣ ਲੱਗਾ ਸੁਣ ਲਓ, ਤੁਹਾਨੂੰ ਜਿਉਂਦਿਆਂ ਨੂੰ ਫੜ ਕੇ ਮੈਂ ਸ਼ਾਹਜਹਾਂ ਦੇ ਕੋਲ ਲੈ ਕੇ ਜਾਣਾ ਜੀ। ਇਹਨੇ ਭੈੜੇ ਭੈੜੇ ਬੋਲ ਬੋਲਣ ਲੱਗ ਪਿਆ, ਤੇ ਜਾਣਾ ਆਪ ਨਹੀਂ ਕਿਤੇ ਹੈਗਾ ਜੀ, ਰਹਿ ਜੰਗ 'ਚ ਜਾਣਾ ਜੀ ਇਹਨੇ ਜੀ। ਪਰ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਦੇ ਬੋਲ ਬੋਲਣ ਲੱਗਾ। ਇਹੋ ਜੀਆਂ ਗੱਲਾਂ ਪੜ੍ਹ ਸੁਣ ਕੇ ਸੱਚੀ ਗੱਲ ਬੰਦੇ ਦਾ ਅੰਦਰ ਹਿੱਲ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਵੇਖ ਲੋ ਬੰਦਾ ਕਿੱਥੋਂ ਤੱਕ ਜਾਂਦਾ ਜੀ। ਗੁਰੂ ਜੀ ਦਾ ਪਾਲਿਆ ਹੋਇਆ, ਗੁਰੂ ਜੀ ਦਾ ਸਿਖਾਇਆ ਹੋਇਆ, ਸਭ ਕੁਝ ਕੀਤਾ। ਕਹਿਣ ਲੱਗਾ ਤੁਹਾਨੂੰ ਜਿਉਂਦਿਆਂ ਨੂੰ ਫੜ ਕੇ ਸ਼ਾਹਜਹਾਂ ਕੋਲ ਲੈ ਕੇ ਜਾਣਾ। ਹਾਂਜੀ, ਜੋ ਜੀਵਨ ਚਾਹੋ ਆਪਣਾ ਚੱਲੀਏ ਅੱਗੇ ਹੋਏ। ਤੇ ਦੁਸ਼ਟ ਪਾਪੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ ਗੁਰੂ ਜੀ ਜੇ ਜੀਵਨ ਚਾਹੁੰਦੇ ਹੋ ਜੰਗ ਨਾ ਕਰੋ ਮੇਰੇ ਨਾਲ, ਤੇ ਚੁੱਪ ਕਰਕੇ ਆਪੇ ਸ਼ਾਹਜਹਾਂ ਕੋਲ ਤੁਰ ਪੋ। ਹਾਂਜੀ, ਹਜ਼ਰਤ ਸੰਗ ਮਿਲਾਏ ਖਤਾ ਬਖਸ਼ ਹੈ ਜੋਏ। ਖਤਾ ਆਪ ਕੀਤੀ ਹੈ, ਭੁੱਲ ਆਪ ਕੀਤੀ ਹੈ, ਉਲਟਾ ਗੁਰੂ ਸਾਹਿਬ ਨੂੰ ਹੀ ਭੁੱਲਣ ਵਾਲਾ ਕਹਿਣ ਲੱਗ ਪਿਆ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਪਿਛਲੀ ਕਥਾ ਸੁਣੀ ਜੀ ਸੰਗਤ ਜੀ। ਪਿਛਲੀ ਕਥਾ 'ਚ ਕੀ ਹੋਇਆ ਸੀ ਭਲਾ? ਮਹਾਰਾਜ ਪੈਂਦੇ ਖਾਂ ਨੂੰ ਕਹਿਣ ਲੱਗੇ ਪੈਂਦੇ ਖਾਂ ਝੂਠ ਨਹੀਂ ਬੋਲੀਦਾ, ਸੱਚ ਸੱਚ ਬੋਲਦੇ। ਜੇ ਤੇਰੇ ਕੋਲ ਸਾਰਾ ਇੱਕ ਵਾਰ ਵਿਖਾ ਦੇ ਤੇ ਰੱਖ ਲੈ ਸਾਰਾ ਕੁਝ। ਕਹਿਣ ਲੱਗੇ ਤੇ ਪੈਂਦੇ ਖਾਂ ਨੇ ਪਤਾ ਉਰੋਂ ਕੀ ਆਖਿਆ ਸੀ? ਪੈਂਦੇ ਖਾਂ ਗੁਰੂ ਜੀ ਨੂੰ ਕਹਿਣ ਲੱਗਾ ਝੂਠ ਮੈਂ ਕੀ, ਝੂਠ ਤੇ ਤੁਸੀਂ ਬੋਲਣ ਦੇ ਹੋ ਜੀ। ਗੁਰੂ ਹਰਗੋਬਿੰਦ ਸਾਹਿਬ ਨੂੰ ਬੋਲਤਾ ਹੈਗਾ ਜੀ। ਅੱਜ ਕਹਿਣ ਲੱਗਾ ਤੁਹਾਡੀਆਂ ਸਾਰੀਆਂ ਹੀ ਭੁੱਲਾਂ ਮਾਫ ਕਰਾ ਦਿਆਂਗਾ ਸ਼ਾਹਜਹਾਂ ਕੋ। ਭੁੱਲੜ ਆਪ ਹੈਗਾ ਜੀ, ਗੁਰੂ ਜੀ ਤੇ ਬਖਸ਼ਣ ਵਾਲੇ ਹੈਗੇ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਤੇ ਸਗੋਂ ਬੰਦੇ ਦੀਆਂ ਭੁੱਲਾਂ ਬਖਸ਼ਦੇ ਨੇ ਜੀ। ਪਰ ਪੈਂਦੇ ਖਾਂ ਇਹੋ ਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਸਾਹਮਣੇ ਘੋੜੇ ਤੇ ਬੈਠਾ ਗੁਰੂ ਸਾਹਿਬ ਨੂੰ ਕਹਿ ਰਿਹਾ ਜੀ। ਹਾਂਜੀ, ਨਹੀਂ ਤੋ ਸੰਭਾਰੋ ਜਿਤੇ ਉਸ ਧਾਰੋ। ਕਹਿਣ ਲੱਗਾ ਜੇ ਮੇਰੀ ਨਹੀਂ ਗੱਲ ਮੰਨਣੀ ਤੇ ਫਿਰ ਮੇਰਾ ਵਾਰ ਸੰਭਾਲੋ। ਕਹਿਣ ਲੱਗਾ
ਜਿੰਨਾ ਜ਼ੋਰ ਲੱਗਦਾ ਲਾ ਲਓ, ਮੈਂ ਤੁਹਾਡੇ ਤੇ ਵਾਰ ਕਰਨ ਲੱਗਾ ਜੇ। ਹਾਂਜੀ, ਕਰੋ ਵਾਰ ਖੰਡਾ ਬਿਨੈ ਦੋਏ ਖੰਡਾ। ਬਸ ਕੰਨਾਂ ਨੂੰ ਹੱਥ ਲੱਗਦੇ, ਸਾਰੀਆਂ ਗੱਲਾਂ ਕਹਿਣ ਨੂੰ ਜੀ ਨਹੀਂ ਕਰਨ ਦਿਆ। ਸੰਗਤ ਜੀ, ਇਹਨੇ ਪਤਾ ਕੀ ਆਖਿਆ? ਖੰਡੇ ਨਾਲ 2 ਵਾਰ ਇੱਕ ਵਾਰ ਕਰਕੇ ਤੁਹਾਡੇ 2 ਖੰਡ ਕਰ ਦਿਆਂਗਾ ਜੀ। 2 ਖੰਡ ਦਾ ਮਤਲਬ ਭਾਗ ਹੁੰਦਾ ਜੀ। ਗੁਰੂ ਸਾਹਿਬ ਨੂੰ ਕਹਿਣ ਲੱਗਾ ਤੁਹਾਡੇ 2 ਖੰਡ ਮੈਂ ਕਰ ਦਿਆਂਗਾ ਤੇ ਮੇਰਾ ਵਾਰ ਸੰਭਾਲ ਲਓ, ਨਹੀਂ ਤੇ। ਹਾਂਜੀ, ਗੁਰੂ ਕੋ ਪਧਾਰੇ ਸੋ ਵਾਕੰ ਉਚਾਰੇ। ਸੱਚੇ ਪਾਤਸ਼ਾਹ ਵੀਰ ਰਸ ਵਿੱਚ ਆਏ। ਹੁਣ ਗੁਰੂ ਹਰਗੋਬਿੰਦ ਸਾਹਿਬ ਬੋਲਣ ਲੱਗੇ, ਉਚਾਰਨ ਕਰਨ ਲੱਗੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਅੱਗੋਂ ਪੈਂਦੇ ਖਾਂ ਨੂੰ ਇਹ ਗੱਲ ਆਖੀ ਜੀ। ਹਾਂਜੀ, ਜੋਗੀ ਦੀ ਸੋ ਤਰਾਸੈ ਤੱਕੈ ਸ਼ਾਹ ਪਾਸੇ। ਸੱਚੇ ਪਾਤਸ਼ਾਹ ਕਹਿੰਦੇ ਸੁਣੋ ਪੈਂਦੇ ਖਾਂ, ਸ਼ਾਹਜਹਾਂ ਕੋਲ ਉਹ ਜਾਵੇ ਜਿਹੜਾ ਡਰਦਾ ਹੋਵੇ। ਕਹਿਣ ਲੱਗੇ ਅਸੀਂ ਨਹੀਂ ਡਰਦੇ। ਕਹਿਣ ਲੱਗੇ ਜਾ ਤੂੰ ਜਾ ਸ਼ਾਹਜਹਾਂ ਕੋ। ਕਹਿਣ ਲੱਗੇ ਅਸੀਂ ਕਿਉਂ ਜਾਈਏ ਸ਼ਾਹਜਹਾਂ ਕੋਲ ਜੀ? ਜਿਹੜੇ ਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਨਿਹੰਗ ਸਿੰਘ ਫੌਜਾਂ ਤੇ ਵਾਕਈ ਨਹੀਂ ਡਰਦੀਆਂ ਜੀ ਕਿਸੇ ਕੋਲੋਂ। ਉਹ ਤੇ ਕਹਿੰਦੇ ਵੀ ਇਹ ਸਰਕਾਰ ਝੂਠੀ ਹੈ ਤੇ ਸੱਚੀ ਸਰਕਾਰ ਰਹੀ ਆ। ਕਹਿੰਦੇ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਮਹਾਰਾਜ ਉਚਾਰ ਰਹੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਪੈਂਦੇ ਖਾਂ ਸ਼ਾਹਜਹਾਂ ਕੋਲ ਉਹ ਜਾਵੇ ਜਿਹੜਾ ਡਰਦਾ ਹੋਵੇ। ਕਹਿਣ ਲੱਗੇ ਹਾਂਜੀ, ਹਮੈ ਜੰਗ ਭਾਵੈ ਰਿਪੂ ਬ੍ਰਿੰਦ ਘਾਵੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੁਣੋ ਪੈਂਦੇ ਖਾਨ, ਸਾਨੂੰ ਜੰਗ ਚੰਗੀ ਲੱਗਦੀ। ਕਹਿਣ ਲੱਗੇ ਤੇਰੇ ਵਰਗੇ ਦੁਸ਼ਟਾਂ ਨੂੰ ਮਾਰਨਾ ਸਾਨੂੰ ਚੰਗਾ ਲੱਗਦਾ ਹੀ। ਕਹਿਣ ਲੱਗੇ ਹਾਂਜੀ, ਨਹੀਂ ਮੇਲ ਠਾਨੈ ਹਨੈ ਆਯੁ ਧਾਨੈ। ਸਾਡਾ ਤੇ ਮੇਲ ਹੀ ਕੋਈ ਨਹੀਂ ਹੈਗਾ ਸ਼ਾਹਜਹਾਂ ਨਾਲ। ਗੱਜ ਕੇ ਆਖੋ ਵਾਹਿਗੁਰੂ। ਤੇ ਗੱਲ ਸੱਚੀ ਜੀ, ਉਹ ਝੂਠਾ ਜੀ। ਤੇ ਸੱਚੇ ਪਾਤਸ਼ਾਹ ਕੌਣ ਨੇ? ਸੱਚੇ ਪਾਤਸ਼ਾਹ ਨੇ ਜੀ। ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਨਹੀਂ ਜੇ। ਹਾਂਜੀ, ਮਹਾਰਾਜ ਕਹਿੰਦੇ ਸਾਡਾ ਤੇ ਮੇਲ ਹੀ ਕੋਈ ਨਹੀਂ ਉਹਦੇ ਨਾਲ ਹੈਗਾ। ਹਾਂਜੀ, ਕਰੈ ਤੋਰ ਹਾਨਾ ਲਿਜੈ ਸੱਚ ਹੁਣ ਜਾਨਾ। ਸੱਚ ਮੰਨ ਲਾ। ਕਹਿਣ ਲੱਗੇ ਤੂੰ ਪਹਿਲਾਂ ਗੁਰੂ ਘਰ ਬਾਰੇ ਬਹੁਤ ਕੁਝ ਨਜਾਇਜ਼ ਬੋਲਿਆ, ਹੁਣ ਵੀ ਬੋਲ ਰਿਹਾ, ਅੱਜ ਤੇਰਾ ਅੰਤਮ ਦੇਣੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਇਹਦਾ ਲਿਖਿਆ ਹੀ ਇਸੇ ਤਰ੍ਹਾਂ ਹੀਗਾ ਜੀ। ਹਾਂਜੀ, ਜਿਹਦੀ ਮੌਤ ਜਿਸ ਤਰ੍ਹਾਂ ਦੀ ਲਿਖੀ ਉਸ ਤਰ੍ਹਾਂ ਦੀ ਆਉਣੀ ਜੀ। ਹਾਂਜੀ, ਇਹਦੀ ਲਿਖੀ ਇਸ ਤਰ੍ਹਾਂ ਸੀ। ਮਹਾਰਾਜ ਕਹਿੰਦੇ ਪੈਂਦੇ ਖਾਂ ਅੱਜ ਤੇਰਾ ਅੰਤਮ ਦੇਣੀ। ਕਹਿਣ ਲੱਗੇ ਅੱਜ ਤੇਰਾ ਨਾਸ ਕਰ ਦੇਣਾ ਅਸੀਂ। ਹਾਂਜੀ, ਅਬੈ ਪ੍ਰਾਨ ਧਾਰੈ ਨਾ ਧਾਮੰ ਸਿਧਾਰੈ। ਹੁਣੇ ਹੀ ਕਹਿਣ ਲੱਗੇ ਤੈਨੂੰ ਮਾਰ ਕੇ ਜਮ ਘਰ ਵਿੱਚ ਪਹੁੰਚਾ ਦੇਣਾ। ਇਹ ਤੇ ਵੈਸੇ ਮਹਾਰਾਜ ਕਹਿ ਰਹੇ ਜੀ, ਹੈ ਤੇ ਬਖਸ਼ਣਾ ਹੀ ਹੈ ਜੀ ਇਹਨੂੰ। ਹਾਂਜੀ, ਪਰਿਓ ਕਾਲ ਤੁੰਡਾ ਬਨੈ ਰੁੰਡ ਮੁੰਡਾ। ਮਹਾਰਾਜ ਕਹਿੰਦੇ ਹੁਣੇ ਹੀ ਤੈਨੂੰ ਮਾਰ ਦੇਣਾ। ਅੱਜ ਤੂੰ ਕਾਲ ਦੇ ਮੂੰਹ ਵਿੱਚ ਆਪ ਆ ਗਿਆ। ਕਹਿਣ ਲੱਗੇ ਸਾਡੇ ਸਾਹਮਣੇ ਆ ਕੇ ਖਲੋ ਗਿਆ, ਤੂੰ ਮੌਤ ਦੇ ਮੂੰਹ ਵਿੱਚ ਆ ਗਿਆ। ਕਹਿਣ ਲੱਗੇ ਭੁੱਲ ਜਾ, ਹੁਣ ਤੈਨੂੰ ਰੁੰਡ ਮੁੰਡ ਕਰ ਦੇਣਾ ਇੱਕ ਵਾਰੀ। ਹਾਂਜੀ, ਤਾਊ ਬਾਤ ਜੈਸੇ ਸੁਨੋ ਕਾਜ ਤੈਸੇ। ਮਹਾਰਾਜ ਕਹਿਣ ਲੱਗੇ ਫਿਰ ਵੀ ਤੇਰੇ ਚਿੱਤ ਦੀ ਜਿਹੜੀ ਇੱਛਾ ਹੈਗੀ ਨਾ ਉਹ ਪੂਰੀ ਕਰ ਲੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਨਹੀਂ ਵਾਰ ਕੀਨੋ ਰਹਿ ਚਿਤ ਪੀਨੋ। ਹਾਂਜੀ, ਉਜੋ ਓਜ ਬਾਂਦੰ ਝੂਰੈ ਧਾਰ ਯਾਦੰ। ਤੇ ਗੁਰੂ ਸਾਹਿਬ ਨੇ ਕੋਈ ਵਾਰ ਨਹੀਂ ਕੀਤਾ ਜੀ ਇਹਦੇ ਤੇ। ਹੁਣ ਗੱਲ ਧਿਆਨ ਨਾਲ ਸੁਣਿਓ, ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ। ਇਹ ਵਾਰ ਕਰਨ ਦੀ ਸੋਚਣ ਦਿਆ ਨਾ ਜੀ। ਤੇ ਮਹਾਰਾਜ ਜੰਗ ਵਿੱਚ ਵੀ ਇਹਦੇ ਨਾਲ ਦਿਆਲਤਾ ਵਿਖਾਉਂਦੇ ਵੀ ਪਾਲਿਆ ਅਸੀਂ ਜੀ। ਹਾਂਜੀ, ਨਾਲੇ ਮਹਾਰਾਜ ਕਹਿੰਦੇ ਮਾਰ ਤੇ ਤੈਨੂੰ ਦੇਣਾ ਹੀ ਹੈ ਅੱਜ। ਕਹਿਣ ਲੱਗੇ ਅੱਜ ਤੇਰਾ ਅੰਤ ਤੇ ਹੋ ਹੀ ਜਾਣਾ ਤੇ ਤੂੰ ਆਪਣੀ ਮਨ ਆਈ ਕਰ ਲੈ। ਗੁਰੂ ਸਾਹਿਬ ਨੇ ਇਹ ਤੇ ਵਾਰ ਨਹੀਂ ਕੀਤਾ, ਇਹਨੂੰ ਹੀ ਮੌਕਾ ਦਿੱਤਾ ਜੀ। ਮਹਾਰਾਜ ਕਹਿੰਦੇ ਤੂੰ ਵਾਰ ਕਰ। ਕਹਿਣ ਲੱਗੇ ਹਾਂਜੀ, ਇਸ ਤੇ ਹਮ ਤੋਹੇ ਸੁਨਾਵਤ ਹੈ ਬਲ ਆਪਨ ਤੇ ਗਰਬਾਵਤ ਹੈ। ਹਾਂਜੀ, ਤੁਰਕਾਨ ਵਿਖੇ ਬਹੁ ਬਾਰ ਕਹੋ ਬਲ ਮੋਹੇ ਬੜੋ ਗੁਰ ਜਾਏ ਕਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੂੰ ਹਮਲਾ ਕਰ ਲੈ ਪੈਂਦੇ ਖਾਨ। ਤੇ ਤੈਨੂੰ ਹਮਲਾ ਕਰਨ ਲਈ ਪਤਾ ਹੀ ਕਿਉਂ ਕਹਿ ਰਹੇ ਆ? ਸਾਨੂੰ ਪਤਾ ਗੁਪਤ ਰੂਪ ਵਿੱਚ ਜਾ ਕੇ ਤੂੰ ਤੁਰਕਾਂ ਨੂੰ ਕੀ ਕਹਿੰਦਾ ਰਿਹਾ ਜੀ। ਹੁਣ ਵੇਖੋ ਬੰਦਾ ਇੱਥੇ ਗੱਲ ਹੋਰ ਤੇ ਉੱਥੇ ਗੱਲ ਹੋਰ ਜੀ। ਬੰਦੇ ਦਾ ਸੁਭਾਅ ਹੈਗਾ ਜੀ। ਹਾਂਜੀ, ਇੱਕ ਮੂੰਹ ਤੇ ਗੱਲ ਹੋਰ ਤੇ ਦੂਜੇ ਮੂੰਹ ਤੇ ਗੱਲ ਹੋਰ ਕਰ ਦੇਣੀ। ਕਿੱਥੇ ਭੱਜ ਜਾਏਗਾ ਬੰਦਾ? ਹਾਂਜੀ, ਗੱਲ ਵੇਖ ਲਓ, ਇਹੋ ਜਿਹੇ ਬੰਦੇ ਬੜੇ ਚ ਬਹੁਤ ਚ ਸੰਸਾਰ ਭਰਿਆ ਪਿਆ ਇਹੋ ਜਿਹੇ ਲੋਕਾਂ ਨਾਲ। ਕਿੱਥੇ ਭੱਜ ਜਾਏਗਾ? ਸੱਚੇ ਪਾਤਸ਼ਾਹ ਨੂੰ ਸਭ ਪਤਾ ਕਿ ਕਿਹੜਾ ਬੰਦਾ ਕਿੱਥੇ ਕਿਹੜੀ ਗੱਲ ਕਰਨ ਦਿਆ ਜੀ।
सब पता जी। महाराज कहते तू तुरकां विच जाके आख्या ही ना भी मैं गुरु तो ज्यादा बलवान आ। महाराज कहते विखा हुण तुरकां नूं अपना बल कहन लगे। विखा उत्थे तू उन्हां विच उच्ची उच्ची गुप्त रूप विच गल्लां करदा सैं है। उत्थे कहना सा भी मैं गुरु साहब मेरे करके जंगां जितदे ने। कहन लगे हुण विखा अपना बल, विखा अपनी ताकत जिहड़ी तेरे विच हैगी है। हाँ जी। इस ते अब पूरब वार करो, बल आओ बिद जो बप पीछ इस करो। करके पैंदे खान असीं तेरे ते वार नहीं करना। गज के आखो धन गुरु हरगोबिंद साहब जी महाराज, असीं तेरे ते वार नहीं करना, तू साडे ते वार कर। कहन लगे खुश हो जा वार करके, लोकां नूं भी पता लगे भी तू किड्डा वड्डा बली है। हाँ जी। चित हौस न राखो आपन की, कर ले हो विधि सब पापन की। ते किहे भी प्रकार दी तेरी कामना ना अधूरी रह जाए जी। जेड़ा बली बंदा हुंदा ना जी, ओनू हुंदा भी जे मैनू मौका लगदा मैं उत्थों बल लाउणा ही, आह दा लाउणा सी, आह दा लाउणा ही। हाँ जी। महाराज कहन लगे किहे प्रकार दी तेरी चाहत ना अधूरी रह जाए। इस करके पैंदे खां अहीं शुरू तो तेरियां आसां पूरियां करते रहे हाँ, हुण भी तेरी आस है, जिन्ना तू जोर लाउणा ला ला। कहन लगे तेरी आस ना अधूरी रहे, बाद चो ना आखी जदों अहीं वार कीता। कहन लगे गज के आखो वाहिगुरू। फिर ना आखी कहन लगे पहला पहला ही जेड़ा वार करना साडे ते कर ला। हाँ जी। सुन खान विचारत मूंड बली, बल शोर तुरंगम घात पली। ये गल सुन के पैंदे खां फिर भी ओदे अंदर तरवासा नहीं आया, शरदा नहीं पैदा हुई थी। पैंदे खां ने विचार कीती घोड़े ते जंग करना औखा है, ते थले उतर के मैं जंग करा गुरु साहब दे नाल। हाँ जी। सो पायन सो निज वार करो, होए तीर किदों कर माहे तरो। पैदल हो के वार करदा मैं गुरु हरगोबिंद साहब उत्ते, नेड़े हो के पैरां वाले पासियों वार करके इन्हां नूं अपने अधीन कर लेना मैं। हाँ जी। बस को कर ले निज सैन बरों, चिरकाल इहां अब मैं न थिरों। ते गज के आखो वाहिगुरू। बल बड़ा ना जी पठान अंदर जी, पता की सोचन दिया। कहन लगा कुछ समय दी गल है, कुछ समय दी वेखदियां वेखदियां थले उतर के मैं गुरु हरगोबिंद साहब नूं फड़ लेना, सारी सेना मेरे वस विच हो जानी है, अपनी बल्ले बल्ले हो जानी है। हाँ जी। सब सैन रही रुक मूरन ते, शुभ काज बने अब तूरन ते। तुरकां दी सेना एक पासे खलो गई जी, वेखन लग पे हुणे पैंदे खां ने अज गुरु जी नूं फड़ लेना। गज के आखो वाहिगुरू। क्यों ਉਹ ਸੈਨਾ ਨੂੰ ਵੀ ਬੜਾ ਸੀਗਾ, ਇਹ ਤੂੰ ਬਾਰ-ਬਾਰ ਕਹਿੰਦਾ ਸੀ ਵੀ ਗੁਰੂ ਜੀ ਨੂੰ ਮੈਂ ਹੀ ਫੜਨਾ, ਮੈਂ ਹੀ ਫੜਨਾ। ਤੇ ਜਦੋਂ ਸਾਹਮਣੇ ਗੱਲਾਂ ਆਉਣ ਲੱਗ ਪਈਆਂ ਜੀ, ਸੈਨਾ ਨੂੰ ਵਿਸ਼ਵਾਸ ਵੱਧ ਗਿਆ, ਸਾਰੇ ਖਲੋ ਕੇ ਵੇਖਣ ਲੱਗ ਪਏ ਵੀ ਪੈਂਦੇ ਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲੈਣਾ। ਹਾਂਜੀ। ਹਾਏ ਉੱਪਰ ਮੋਬਲ ਲਾਗ ਨਹੀਂ, ਮਿਲ ਦੋਏ ਤੁਰੰਗ ਲਰੰਤ ਸਹੀ। ਕਹਿਣ ਲੱਗਾ ਉਹ ਤਾਂ ਘੋੜਿਆਂ ਤੇ ਚੜ ਕੇ ਲੜਨਾ ਤੇ ਚੰਗੀ ਗੱਲ ਹੈ, पर जे गुरु हरगोबिंद साहब नूं फड़ना ते थले उतरना पएगा। कहन लगा घोड़े ते चढ़िया मैं इन्हां नूं फड़ नहीं सकदा, थले उतरन दी विचार बना रहा पैंदे खान। हाँ जी। चित बीच विचार शिताब करी, बलवान तजयो है ताहे करी। ते अपने हिरदे विच विचार करके पैंदे खान दुष्ट गुरु हरगोबिंद साहब महाराज उत्ते वार करन वास्ते घोड़े तो उतर गया जी। हाँ जी। ਵੇਖੋ ਘੋੜਾ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਦਿੱਤਾ, ਜਿਹੜੇ ਕੱਪੜੇ ਪਾਏ ਉਹ ਵੀ ਗੁਰੂ ਜੀ ਦੇ ਦਿੱਤੇ ਹੋਏ, ਜਿਹੜੀ ਹੱਥ ਵਿੱਚ ਤਲਵਾਰ ਫੜੀ ਉਹ ਵੀ ਗੁਰੂ ਜੀ ਦੀ ਦਿੱਤੀ ਹੋਈ ਜੀ। ਫਿਰ ਮੂਰਖ ਬਣ ਕੇ ਵਾਰ ਕਰਨ ਲੱਗ ਪਿਆ ਜੀ। ਹਾਂਜੀ। ਥੱਲੇ ਖਲੋ ਗਿਆ ਜੀ। ਹੁਣ ਪੂਰੀ ਮਨ ਵਿੱਚ ਵਿਚਾਰ ਬਣਾਇਆ ਵੀ ਇਸ ਖੰਡੇ ਨਾਲ ਵਾਰ ਕਰਨਾ, ਖੜਗ ਵੱਡੀ ਨਾਲ ਜੀ। ਹਾਂਜੀ। ਬਲ ਤੇ ਪਕਰਿਓ ਖਗ ਵਾਰ ਕਰਿਓ, ਨਿਜ ਹਾਥ ਉਭਾਰਨ ਨੀਰ ਧਰਿਓ। ਉਹ ਜਿਹੜਾ ਖੰਡਾ ਕਹਿਣ ਦਾ ਭਾਵ ਤਲਵਾਰ ਜੀ। ਹਾਂਜੀ। ਬੜੇ ਬਲ ਨਾਲ ਇਹਨੇ ਫੜ ਲਈ ਜੀ, ਐ ਪੂਰਾ ਉਹਦੇ ਮੁੱਠ 'ਚ ਹੱਥ ਪਾ ਲਿਆ ਤੇ ਗੁਰੂ ਸਾਹਿਬ ਉੱਤੇ ਵਾਰ ਕਰਨ ਵਾਸਤੇ ਗੁਰੂ ਜੀ ਦੇ ਨੇੜੇ ਹੋਇਆ ਜੀ, ਨੇੜੇ ਜੀ। ਹਾਂਜੀ। ਗੁਰ ਪੀਰ ਉਰ ਤੱਕ ਮਾਰਤ ਭਾ, ਟਿਗ ਹੋਏ ਸੋ ਬਾਹੋ ਪਸਾਰਤ ਭਾ। ਤੇ ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਸੱਚੇ ਪਾਤਸ਼ਾਹ ਜੀ ਦੇ ਉੱਤੇ ਜਦੋਂ ਇਹਨੇ ਇਸ ਤਰ੍ਹਾਂ ਹੱਥ ਕਰਕੇ ਲੱਕ ਵਾਲੇ ਪਾਸੇ ਮਾਰਨੀ ਚਾਹੀ ਨਾ ਤਲਵਾਰ, ਵੇਖੋ ਕਿੱਡਾ ਪਾਪੀ ਹੈ ਜੀ। ਮਹਾਰਾਜ ਦੇ ਲੱਕ ਵਾਲੇ ਪਾਸੇ ਜਦੋਂ ਤਲਵਾਰ ਮਾਰਨ ਲੱਗਾ,
ਮਹਾਰਾਜ ਨੇ ਉਸੇ ਵੇਲੇ ਇਸ ਤਰ੍ਹਾਂ ਢਾਲ ਕਰ ਲਈ ਜੀ, ਉਸੇ ਵੇਲੇ ਢਾਲ ਕਰ ਲਈ। ਇਹ ਤਾਂ ਤਲਵਾਰ ਦਾ ਵਾਰ ਰੁਕ ਗਿਆ ਜੀ। ਹੁਣ ਪਹਿਲਾ ਵਾਰ ਕੀਤਾ ਤੇ ਪੈਂਦੇ ਖਾਂ ਨੇ ਗੱਜ ਕੇ ਆਖੋ ਵਾਹਿਗੁਰੂ। ਬਸ ਪਹਿਲਾ ਵਾਰ ਤੇ ਹੈ ਤੇ ਇਹ ਵੀ ਬੜੀ ਮਾੜੀ ਗੱਲ ਹੈਗੀ। ਤੁਸੀਂ ਜੋੜੋ ਗੁਰੂ ਸਾਹਿਬ ਅੱਗੇ ਹੱਥ, ਹੈ ਹੱਥ ਜੋੜੋ ਸਾਰੇ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਲੀ ਬਾਜ਼ਾਰ ਮੁਹੱਲੇ ਜਿੱਥੇ ਗੁਰੂ ਜੀ ਦਾ ਸਰੂਪ ਵਿਖੇ ਉੱਥੇ ਵੇਖ ਕੇ ਹੱਥ ਜੋੜ ਲਿਆ ਕਰੋ। ਇਹ ਹੱਥ ਜੋੜਨ ਵਾਸਤੇ ਹੈਗੇ ਜੀ। ਇਹ ਹੱਥ ਸੇਵਾ ਕਰਨ ਲਈ ਮਿਲੇ, ਇਹ ਹੱਥ ਚੌਰ ਸਾਹਿਬ ਕਰਨ ਨੂੰ ਮਿਲੇ ਨੇ, ਹਾਂਜੀ ਵਾਰ ਕਰਨ ਨੂੰ ਨਹੀਂ ਮਿਲੇ ਜੀ ਗੁਰੂਆਂ ਉੱਤੇ ਜੀ। ਪੈਂਦੇ ਖਾਂ ਨੇ ਪਹਿਲਾ ਵਾਰ ਗੁਰੂ ਹਰਗੋਬਿੰਦ ਸਾਹਿਬ ਉੱਤੇ ਕੀਤਾ। ਮਹਾਰਾਜ ਨੇ ਢਾਲ ਅੱਗੇ ਕਰਕੇ ਵਾਰ ਜਿਹੜਾ ਕੀਤਾ ਸੀ ਵਿਅਰਥ ਕਰ ਦਿੱਤਾ ਜੀ। ਹਾਂਜੀ ਹਰ ਗੋਬਿੰਦ ਦੇਖਤ ਧੀਰ ਤਰੀ, ਪਗ ਸਾਥ ਸ਼ਤਾਬ ਰਕਾਬ ਕਰੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਚਰਨ ਜਿਹੜੇ ਆਪਣੇ ਰਕਾਬਾਂ ਵਿੱਚ ਰੱਖੇ ਜੀ। ਹਾਂਜੀ ਮਹਾਰਾਜ ਨੇ ਬੜਾ ਧੀਰਜ ਧਾਰਨ ਕਰ ਲਿਆ, ਉਲਟ ਵਾਰ ਨਹੀਂ ਕੀਤਾ ਜੀ ਇਹਦੇ ਤੇ। ਨਹੀਂ ਤੇ ਢਾਲ ਨਾਲ ਵਾਰ ਰੋਕ ਕੇ ਛੇਤੀ ਨਾਲ ਆਪਣਾ ਵਾਰ ਕਰੀਦਾ ਜੀ। ਹਾਂਜੀ ਗੁਰੂ ਸਾਹਿਬ ਨੇ ਆਪਣੇ ਵੱਲੋਂ ਵਾਰ ਨਹੀਂ ਕੀਤਾ ਇਹਦੇ ਤੇ। ਹਾਂਜੀ ਦਹਸੇਰ ਸੋ ਤੋਲ ਬਿਖੈ ਜੁਗ ਤੇ, ਬਲ ਦੀਰਗ ਸੰਗ ਤਹਾਂ ਲਗਤੇ। ਤੇ ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਬਰਾਬਰ ਦੋਵਾਂ ਰਕਾਬਾਂ ਵਿੱਚ ਚਰਨ ਸਜਾਏ ਹੋਏ ਜੀ। ਬੜੇ ਵੱਡੇ ਬਲ ਨਾਲ ਉਹਨਾਂ ਰਕਾਬਾਂ ਤੇ ਭਾਰ ਪਾਇਆ ਹੋਇਆ ਜੀ, ਪਰ ਇਹਦੇ ਤੇ ਵਾਰ ਨਹੀਂ ਕੀਤਾ ਜੀ, ਤਾਂ ਕਿ ਇਹ ਆਪਣੀ ਹਿਰਦੇ ਦੀ ਆਸ ਪੂਰੀ ਕਰ ਲੈ। ਜਿੰਨੇ ਵਾਰ ਕਰਨੇ ਨੇ ਕਰ ਲਵੇ ਇੱਕ ਵਾਰ। ਹਾਂਜੀ ਹੋਤੀ ਭਰਤ ਕੀ ਪੀਰ ਵੱਡ, ਖੜਗ ਲਗਿਓ ਤੇ ਸੰਗ। ਜਿਹੜੀ ਮਹਾਰਾਜ ਨੇ ਢਾਲ ਫੜੀ ਸੀ ਨਾ ਜੀ ਹੱਥ ਵਿੱਚ, ਉਹ ਕਾਂਸ਼ੀ ਦੇ ਤਾਂਬੇ ਦੀ ਬਣੀ ਹੋਈ ਸੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਕਾਂਸ਼ੀ ਨਾਮੀ ਧਾਤ ਦੀ ਬਣੀ ਹੋਈ ਸੀਗੀ ਜੀ ਉਹ ਢਾਲ ਜੀ। ਬੜੇ ਬਲ ਵਾਲੀ ਸੀ ਉਹ ਵੀ ਢਾਲ ਜਿਹੜੀ ਸੀ। ਹਾਂਜੀ ਸਰਿਓ ਨਾ ਕਾਰਜ ਕੁਛ ਤਬੈ, ਨਿਹਫਲਿਓ ਵਾਰ ਕੁਟੰਗ। ਤੇ ਪੈਂਦੇ ਖਾਂ ਦਾ ਵਾਰ ਵਿਅਰਥ ਹੋ ਗਿਆ ਜੀ, ਕੋਈ ਵਾਰ ਨਹੀਂ ਚੱਲ ਸਕਿਆ। ਪੈਂਦੇ ਖਾਂ ਬੜਾ ਮਹਿਸੂਸ ਕਰਨ ਲੱਗ ਪਿਆ ਵੀ ਮੇਰਾ ਤਾਂ ਇੱਕ ਵਾਰ ਨਹੀਂ ਖਾਲੀ ਜਾਂਦਾ ਜੀ, ਪਤਾ ਨਹੀਂ ਇਹਨਾਂ ਕਿਵੇਂ ਰੋਕ ਲਿਆ। ਗੱਜ ਕੇ ਆਖੋ ਵਾਹਿਗੁਰੂ। ਇਹ ਜਿਹੜੇ ਜੰਗ ਯੁੱਧ ਕਰਦੇ ਬੜੇ ਚਲਾਕ ਹੁੰਦੇ ਜੀ। ਕਾਰਨ ਪਤਾ ਕੀ ਹੈ ਜੀ, ਵੇਖਣਾ ਕਿਸੇ ਪਾਸੇ ਤੇ ਵਾਰ ਕਿਸੇ ਬੰਨੇ ਕਰਨਾ ਜੀ। ਅਗਲੇ ਨੇ ਦੂਜਾ ਅੰਗ ਬਚਾਉਣਾ ਤੇ ਉਹਨੇ ਚ ਇਹਨੂੰ ਦੂਜਾ ਵੱਢ ਕੇ ਸੁੱਟ ਦੇਣਾ ਜੀ। ਹਾਂਜੀ ਪੈਂਦੇ ਖਾਂ ਬੜਾ ਚਲਾਕ ਸੀਗਾ ਜੀ। ਇਹ ਤੇ ਅੱਗੇ ਕੌਣ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਬੜੀ ਫੁਰਤੀ ਨਾਲ। ਫਿਰ ਬੇਨਤੀ ਢਿੱਲੇ ਜਿਹੇ ਬੰਦਿਆਂ ਦਾ ਕੰਮ ਨਹੀਂ ਹੈਗਾ ਜੀ, ਬੜੀ ਫੁਰਤੀ ਦੇ ਨਾਲ ਢਾਲ ਕਰਕੇ ਅੱਗੇ ਗੁਰੂ ਜੀ ਨੇ ਵਾਰ ਰੋਕਿਆ ਹੈਗਾ। ਹਾਂਜੀ ਪੁੰਨ ਪੈਂਦ ਖਾਂ ਕੁਪ ਕੈ ਪ੍ਰਚੰਡ, ਖੰਡਾ ਉਬਾਰ ਬਲ ਬਹੁ ਦੰਡ। ਪੈਂਦੇ ਖਾਂ ਨੂੰ ਗੁੱਸਾ ਬੜਾ ਚੜਿਆ ਵੀ ਮੇਰਾ ਵਾਰ ਰੋਕਤਾ। ਪੈਂਦੇ ਖਾਂ ਨੇ ਫਿਰ ਦੂਜੀ ਵਾਰੀ ਵਾਰ ਕਰਨ ਦਾ ਫੁਰਨਾ ਬਣਾਇਆ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਮਹਾ ਹੀ ਪਾਪ ਹੈ, ਗੁਰੂ ਸਾਹਿਬ ਉੱਤੇ ਵਾਰ ਕਰਨਾ ਮਹਾ ਪਾਪ। ਮੇਰੇ ਤੋਂ ਵੱਡਾ ਪਾਪ ਹੀ ਕੋਈ ਨਹੀਂ ਹੈਗਾ ਦੁਨੀਆ ਤੇ ਜੀ। ਹਾਂਜੀ ਪੈਂਦੇ ਖਾਂ ਨੇ ਦੂਜੀ ਵਾਰੀ ਵਾਰ ਕਰਨ ਦਾ ਫੁਰਨਾ ਬਣਾਇਆ। ਹਾਂਜੀ ਕਰ ਤੁਰੰਤ ਫੁਰਤ ਕੂਦਿਓ ਤੁਰੰਗ, ਚਿਤ ਚਹਿ ਪ੍ਰਹਾਰ ਪ੍ਰਭ ਕੈਸੋ ਅੰਗ। ਤੇ ਗੁਰੂ ਸਾਹਿਬ ਜੀ ਦੇ ਉੱਤੇ ਕੁੱਦਣ ਦੀ ਕੋਸ਼ਿਸ਼ ਕੀਤੀ ਵੀ ਛੇਤੀ ਛੇਤੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਵਾਰ ਕਰਦਿਆਂ ਕਿਸੇ ਤਰੀਕੇ ਨਾਲ। ਹਾਂਜੀ ਸ਼੍ਰੀ ਹਰਗੋਬਿੰਦ ਅਤ ਸ਼ੀਘ੍ਰਕਾਰ, ਢਾਲਾ ਬਿਲੰਦ ਕਰ ਲੀਨ ਧਾਰ। ਮਹਾਰਾਜ ਦੇ ਮੁਖ ਵਾਲੇ ਪਾਸੇ ਇਹਨੇ ਵਾਰ ਕੀਤਾ ਜੀ ਦੂਜਾ। ਗੱਜ ਕੇ ਆਖੋ ਵਾਹ। ਵੇਖ ਲੋ ਜਿਸ ਮੁਖ ਦੇ ਦਰਸ਼ਨ ਕਰਦਾ ਕਰਦਾ ਵੱਡਾ ਹੋਇਆ ਜੀ। ਹਾਂਜੀ ਇੰਨਾ ਵੱਡਾ ਹੋਇਆ, ਜਿਸ ਮੂੰਹ ਚੋਂ ਨਿਕਲੀ ਹੋਈ ਗੱਲ ਮਹਾਰਾਜ ਨੇ ਜੇ ਇਸ ਮੁਖ ਚੋਂ ਪੈਂਦੇ ਖਾਂ ਬਾਰੇ ਗੱਲ ਕੀਤੀ, ਉਹ ਗੱਲ ਪੂਰੀ ਹੋ ਜਾਂਦੀ ਹੁੰਦੀ ਸੀ। ਬਣਾ ਦਿਓ ਪੈਂਦੇ ਖਾਂ ਨੂੰ ਘਰ ਨਵਾਂ। ਪੈਂਦੇ ਖਾਂ ਨਵੇਂ ਘਰ ਵਿੱਚ ਰਹੇ ਤੇ ਪੈਂਦੇ ਖਾਂ ਦਾ ਨਵਾਂ ਘਰ ਸਿੱਖ ਬਣਾ ਦਿੰਦੇ ਹੁੰਦੇ ਸੀ। ਜਿਸ ਮੁਖ ਚੋਂ ਨਿਕਲੇ ਹੋਏ ਬਚਨਾਂ ਨੂੰ ਸੁਣ ਸੁਣ ਕੇ ਪਲਿਆ, ਜਿਸ ਮੁਖ ਦੇ ਦਰਸ਼ਨ ਕਰ ਕਰਕੇ ਵੱਡਾ ਹੋਇਆ, ਗੁਰੂ ਜੀ ਦੇ ਮੁਖ ਉੱਤੇ ਵਾਰ ਕਰਨ ਬਾਰੇ ਸੋਚਿਆ ਜੀ। ਹਾਂਜੀ ਮਹਾਰਾਜ ਨੇ ਛੇਤੀ ਨਾਲ ਢਾਲ ਅੱਗੇ ਕਰ ਲਈ ਜੀ, ਫਿਰ ਇਹਦਾ ਵਾਰ ਰੁਕ ਗਿਆ ਜੀ। ਹਾਂਜੀ ਰਿਪ ਖੜਗ ਆਵ ਤੋਂ ਨਿਕਟ ਦੇਖ, ਤੇ ਸੰਗ ਰੋਕ ਕਰ ਬਲ ਵਿਸ਼ੇ। ਬੜੇ ਬਲ ਨਾਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਾ ਵਾਰ ਦੂਜੀ ਵਾਰੀ ਰੋਕ ਲਿਆ ਜੀ। ਹਾਂਜੀ ਕਰ ਨਿਹਫਲ ਛਤਰ ਕੋ ਵਾਰ ਫੇਰ, ਤਰ ਧੀਰ ਖਰੇ ਤਿਸ ਕੇ ਅਗੇ। ਤੇ ਪੈਂਦੇ ਖਾਂ ਦਾ ਦੂਜਾ ਵਾਰ ਵਿਅਰਥ ਕਰਕੇ ਨਾ
ਗੁਰੂ ਹਰਗੋਬਿੰਦ ਸਾਹਿਬ ਫਿਰ ਅੱਗੇ ਧੀਰਜ ਨਾ ਖਲੋਗੇ, ਭਾਵ ਉਸੇ ਤਰ੍ਹਾਂ ਘੋੜੇ ਤੇ ਸੱਜੇ ਗੱਜ ਕੇ ਆਖੋ ਵਾਹੇ। ਉਸੇ ਤਰ੍ਹਾਂ ਖਲੋਗੇ ਜਿਵੇਂ ਗੱਲ ਹੀ ਕੋਈ ਨਹੀਂ ਹੋਈ ਹੁੰਦੀ ਜੀ, ਉਸੇ ਤਰ੍ਹਾਂ ਖਲੋਗੇ, ਬੜੇ ਸਹਿਜ ਮੱਤੇ ਨਾ। ਮਹਾਰਾਜ ਉਸੇ ਤਰ੍ਹਾਂ ਹੀ ਸੱਜੇ ਨੇ ਘੋੜੇ ਤੇ। ਹਾਂਜੀ। ਤਬ ਪੈਂਦ ਖਾਨ ਚਿਤ ਚਿੰਤ ਪਾਏ, ਨਹਿ ਸਰਿਓ ਕਾਜ ਸਭ ਬਾਦ ਜਾਏ। ਪੈਂਦੇ ਖਾਂ ਬੜਾ ਹੈਰਾਨ ਹੋਇਆ ਵੀ ਮੇਰਾ ਤੇ ਇੱਕ ਵਾਰ ਵਿਅਰਥ ਨਹੀਂ ਜਾਂਦਾ, ਇੱਥੇ ਦੋ ਵਿਅਰਥ ਹੋ ਗਏ ਜੀ। ਬੜੀ ਚਿੰਤਾ ਲੱਗ ਗਈ ਪੈਂਦੇ ਖਾਂ ਨੂੰ। ਹਾਂਜੀ। ਪੁਨ ਸ਼ਿਪਰ ਉਛਲ ਇਤ ਉਤ ਤਕਾਏ, ਖਰ ਖੜਗ ਪ੍ਰਹਾਰਨ ਕਰਤ ਦਾਏ। ਫਿਰ ਛੇਤੀ ਦੇ ਨਾਲ ਉਛਲ ਕੇ ਇੱਧਰ ਉੱਧਰ ਹੋਵੇ ਜੀ। ਹਾਂਜੀ। ਕਦੀ ਘੋੜੇ ਦੇ ਪਿੱਛੇ ਪਾਸਿਓਂ ਆਵੇ ਤੇ ਕਦੀ ਅਗਲੇ ਪਾਸਿਓਂ ਆਵੇ ਜੀ, ਵੀ ਛੇਤੀ ਨਾਲ ਕੋਈ ਇਹੋ ਜਿਹਾ ਅੰਗ ਵੇਖਾਂ ਜਿਹਦੇ ਤੇ ਹਮਲਾ ਕਰਕੇ ਇਹਨਾਂ ਦਾ ਅੰਗ ਭੰਗ ਕਰਾਂ। ਇੰਨਾ ਦੁਸ਼ਟ ਹੋ ਗਿਆ ਜੀ ਇਹ। ਹਾਂਜੀ। ਹੋਏ ਦਿਸ਼ਾ ਦੂਸਰੀ ਰਿਸ ਵਿਸਾਲ, ਕਰ ਕੋ ਉਭਾਰ ਮਾਰਿਓ ਕਰਾ। ਹੁਣ ਦੂਜੇ ਪਾਸੇ ਜਾ ਕੇ ਨਾ ਜੀ ਤੇ ਫਿਰ ਬੜੀ ਤੇਜ਼ੀ ਦੇ ਨਾਲ ਉਸੇ ਤਲਵਾਰ ਨੂੰ ਮਾਰਨਾ ਚਾਹ ਰਿਹਾ ਜੀ। ਉਹੀ ਤਲਵਾਰ ਜਿਹੜੀ ਗੁਰੂ ਜੀ ਨੇ ਦਿੱਤੀ ਜੀ ਇਹਨੂੰ ਦੁਸ਼ਟ ਨੂੰ। ਹਾਂਜੀ। ਗੁਰਬੀਰ ਬਹਾਦਰ ਧੀਰ ਸਾਥ, ਕਰ ਸ਼ਿਪਰ ਤਾਹੇ ਦਿਸ਼ ਕੀਨਹਾ। ਤੇ ਦੂਜੇ ਪਾਸੇ ਫਿਰ ਮਹਾਰਾਜ ਨੇ ਢਾਲ ਕਰ ਲਈ ਜੀ। ਹਾਂਜੀ। ਤੀਜਾ ਵਾਰ ਇਹਨੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਤੇ 3 ਵਾਰ ਕੀਤੇ ਜੀ। ਤੀਜਾ ਵਾਰ ਵੀ ਵਿਅਰਥ ਕਰ ਦਿੱਤਾ ਗੁਰੂ ਜੀ ਨੇ। ਹਾਂਜੀ। ਵੱਡ ਸਿਪਰ ਸਵਾ ਸਿਰ ਫੂਲ ਜੋਏ, ਤਿਹ ਲਾਗਿਓ ਖੜਗ ਬਲ ਅਧਿਕ ਸੋਏ। ਸਵਾ ਸ਼ੇਰ ਭਾਰ ਸੀ ਉਸ ਫੁੱਲ ਦਾ ਜਿਹੜਾ ਢਾਲ ਦੇ ਉੱਤੇ ਲੱਗਾ ਸੀਗਾ ਜੀ। ਤੇ ਤੁਸੀਂ ਆਪੇ ਹਿਸਾਬ ਲਾ ਲਓ ਜੀ ਢਾਲ ਕਿੰਨੀ ਭਾਰੀ ਹੋਏਗੀ। ਉਹ ਢਾਲ ਗੁਰੂ ਸਾਹਿਬ ਅੱਗੇ ਕਰ ਦਿੰਦੇ ਬਾਰ-ਬਾਰ ਜੀ, ਤੇ ਉਹ ਢਾਲ ਕਰਕੇ ਵਾਰ ਵਿਅਰਥ ਹੋ ਜਾਂਦਾ ਜੀ। ਹਾਂਜੀ। ਖੰਡਾ ਦੁਖੰਡ ਟੂਟਿਓ ਤੇ ਪ੍ਰਚੰਡ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਇਹ ਜਿਹੜੀ ਤਲਵਾਰ ਫੜ ਕੇ ਕਰਨ ਦਿਆ ਨਾ ਜੀ ਵਾਰ, ਹੁਣ ਤੀਜੀ ਵਾਰੀ ਐਸੀ ਢਾਲ ਨਾਲ ਮਹਾਰਾਜ ਨੇ ਇਹਨੂੰ ਅੱਗੇ ਕੀਤਾ, ਗੁਰਮੁਖੋ ਇਹਦੀ ਤਲਵਾਰ ਹੀ ਟੁੱਟ ਗਈ ਜੀ। ਹਾਂਜੀ। ਪੈਂਦੇ ਖਾਂ ਦੀ ਤਲਵਾਰ ਟੁੱਟ ਗਈ ਜੀ। ਦੋ ਭਾਗ ਹੋ ਗਏ ਜੀ ਉਹਦੇ। ਹਾਂਜੀ। ਰਹਿ ਹਾਥ ਮੁਸ਼ਟ ਵੱਡ ਦੋਹੋਂ ਡੰਡ, ਇਹਦੇ ਹੱਥ ਵਿੱਚ ਉਹ ਮੁੱਠ ਜੀ ਰਹਿ ਗਈ ਜੀ ਬਸ ਜੀ, ਜਾਂ ਉਹ ਤੇ ਨਿੱਕੀ ਜਿਹੀ ਛੁਰੀ ਜੀ ਰਹਿ ਗਈ ਜੀ, ਹੋਰ ਕੱਖ ਨਾ ਰਿਹਾ ਜੀ। ਹਾਂਜੀ। ਸ਼੍ਰੀ ਹਰਗੋਬਿੰਦ ਅਬਲੋਕਨ ਤਾਹੇ, ਹਾਂਜੀ। ਅਬ ਹਰਨ ਹੇਤ ਕੈ ਵਾਰ ਨਾਹੇ। ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਪੈਂਦੇ ਖਾਂ ਕੋਲ ਕੋਈ ਸ਼ਸਤਰ ਨਹੀਂ ਹੈਗਾ ਜੀ, ਸਾਡੇ ਤੇ ਵਾਰ ਕਰੇ, ਕੋਈ ਸ਼ਸਤਰ ਤੇਰੇ ਕੋਲ ਹੈਗਾ ਹੀ ਨਹੀਂ ਹੈ। ਹਾਂਜੀ। ਹਵੈ ਗੋ ਲਚਾਰ ਨਿਜ ਚਿਤ ਵਿਚਾਰ, ਬਲ ਬਾਹੋਂ ਕਾਰਨ ਗੁਰ ਸੋਸ ਜੁਝਾਰ। ਮਹਾਰਾਜ ਨੇ ਵਿਚਾਰ ਕੀਤੀ ਵੀ ਲਾਚਾਰ ਹੋ ਗਿਆ, ਇਹਦੇ ਕੋਲ ਤੇ ਸ਼ਸਤਰ ਨਹੀਂ ਹੈਗਾ। ਪਰ ਗੁਰਮੁਖੋ ਪੈਂਦੇ ਖਾਂ ਨੂੰ ਆਪਣੀਆਂ ਬਾਹਾਂ ਦਾ ਬੜਾ ਬਲ ਤੇ ਮਾਣ ਸੀਗਾ ਜੀ, ਵੀ ਮੇਰੀਆਂ ਬਾਹਾਂ ਦਾ ਬਲ ਬੜਾ ਜੀ। ਪੈਂਦੇ ਖਾਂ ਨੇ ਹੁਣ ਚੌਥਾ ਦਾ ਸੋਚਿਆ ਜੀ। ਹਾਂਜੀ। ਦਿਸ ਬਾਮ ਜਾਏ ਤਬ ਪੈਂਦ ਖਾਨ, ਗੁਰ ਕੋ ਤੁਰੰਗ ਗਹਿ ਡਾਰ ਪਾਨ। ਖੱਬੇ ਪਾਸਿਓਂ ਜਾ ਕੇ ਨਾ ਘੋੜੇ ਨੂੰ ਬਲ ਲਾਉਣਾ ਚਾਹਿਆ ਵੀ ਮੈਂ ਘੋੜੇ ਸਮੇਤ ਗੁਰੂ ਜੀ ਨੂੰ ਸੁੱਟ ਦਿਆਂ, ਤੇ ਜੇ ਮੇਰਾ ਦਾ ਚੱਲੇ ਤੇ ਘੋੜੇ ਸਮੇਤ ਗੁਰੂ ਜੀ ਨੂੰ ਤਾਂ ਚੁੱਕ ਕੇ ਥੱਲੇ ਸੁੱਟਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ ਬੰਦਾ ਕਿੱਡਾ ਪਾਪੀ ਹੁੰਦਾ, ਕੰਨਾਂ ਨੂੰ ਹੀ ਹੱਥ ਲੱਗਦੇ ਜੀ। ਹਾਂਜੀ। ਤੁਸੀਂ ਜੋੜੋ ਹੱਥ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਾਂ ਤੇ ਮੈਂ ਮਹਾਰਾਜ ਨੂੰ ਘੋੜੇ ਸਮੇਤ ਇਸ ਤਰ੍ਹਾਂ ਘੋੜਾ ਕਰਕੇ ਠਾਂ ਸੁੱਟ ਦਿਆਂ, ਤੇ ਜਾਂ ਘੋੜੇ ਸਮੇਤ ਤਾਂ ਚੁੱਕ ਕੇ ਨਾ ਤੇ ਇਸ ਤਰ੍ਹਾਂ ਤਾਂ ਦੀ ਘੁਮਾ ਕੇ ਠਾਂ ਸੁੱਟਾਂ। ਇਸ ਤਰ੍ਹਾਂ ਦੇ ਵਿਚਾਰ ਬਣਾਉਂਦਿਆਂ ਵੇਖ ਲਓ ਇਹ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਜਿਨ੍ਹਾਂ ਦਾ ਇੱਕ ਬਚਨ ਹੀ ਬੰਦੇ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਜੀ, ਉਹ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂਜੀ। ਜੈ ਹੁਤੋਂ ਤੰਗ ਇੱਕ ਹੱਥ ਪਾਏ, ਪੁਨ ਦੁਤੀਏ ਹੱਥ ਉੱਪਰ ਉਠਾਏ। ਤੇ ਬੜੀ ਛੇਤੀ ਨਾਲ ਮਹਾਰਾਜ ਜੀ ਵੀ ਵੇਖਣ ਦੇ ਵੀ ਪੈਂਦੇ ਖਾਂ ਕਰਨ ਕੀ ਦਿਆ ਜੀ, ਕਿਉਂ ਗੁਰੂ ਜੀ ਨੇ ਤੇ ਇੱਕ ਪਾਸਾ ਮਾਰ ਕੇ ਇਹਦਾ ਕੰਮ ਕਰ ਦੇਣਾ ਜੀ। ਹਾਂਜੀ। ਮਹਾਰਾਜ ਵੇਖਣ ਵੀ ਪੈਂਦੇ ਖਾਂ ਕਰਦਾ ਕੀ ਹੈ ਜੀ। ਤੇ ਜਿੱਥੇ ਆ ਕੇ ਥੱਲੇ ਬੈਲਟ ਬੰਨੀ ਹੁੰਦੀ ਨਾ ਜੀ ਘੋੜੇ ਦੀ ਕਾਠੀ ਦੀ, ਇਹਨੇ ਇੱਕ ਹੱਥ ਉੱਥੇ ਪਾਇਆ ਤੇ ਇੱਕ ਤਾਂ ਨੂੰ ਪਾਇਆ ਤੇ ਘੋੜੇ ਨੂੰ ਜੱਫਾ ਮਾਰ ਲਿਆ ਜੀ। ਹਾਂਜੀ। ਭਰ ਕਰ ਸੋ ਕੌਰ ਜੁਗ ਕਰਨ ਮਾਹੇ, ਬਲ ਤੇ ਉਠਾਏ ਗੇਰਨ ਚਾਹੇ। ਤੇ ਚਾਹੁੰਦਾ ਸੀ ਵੀ ਗੁਰੂ ਸਾਹਿਬ ਨੂੰ ਵੀ ਚੁੱਕ ਲਵਾਂ ਤੇ ਘੋੜੇ ਨੂੰ ਵੀ ਚੁੱਕ ਲਵਾਂ ਜੀ। ਕਿਉਂ ਭਲਾ ਜੀ? ਪੈਂਦੇ ਖਾਂ ਇੰਨਾ ਬਲਵਾਨ ਸੀਗਾ ਜੀ, ਗੁਰੂ ਸਾਹਿਬ ਦਾ ਦਿੱਤਾ ਹੋਇਆ ਬਾਲੇ ਦੇ ਕੋਲ ਸੀਗਾ ਜੀ। ਅਸਵਾਰ ਬੈਠਾ ਹੁੰਦਾ ਸੀ ਘੋੜੇ ਉੱਤੇ ਜੀ,
ਉਹ ਤਾਂ ਘੋੜੇ ਨੂੰ ਬੰਦਾ ਨਹੀਂ ਚੁੱਕ ਸਕਦਾ ਜੀ ਕੱਲਾ। ਹਾਂਜੀ, ਘੋੜੇ ਬੜੇ ਭਾਰੇ ਹੁੰਦੇ, ਕਈ ਕੁਇੰਟਲਾਂ ਦੇ ਹੁੰਦੇ ਜੀ। ਅੱਜ ਕੇ ਆਖੋ ਵਾਹਿਗੁਰੂ। ਘੋੜਿਆਂ ਦਾ ਬੜਾ ਭਾਰ ਹੁੰਦਾ ਜੀ, ਤੇ ਘੋੜੇ ਉੱਤੇ ਉੱਤੋਂ ਬੈਠਾ ਹੋਵੇ ਬੰਦਾ ਜੀ ਤੇ ਘੋੜਾ ਹੋਰ ਭਾਰਾ ਹੋ ਜਾਂਦਾ ਜੀ। ਤੇ ਪੈਂਦੇ ਖਾਂ ਏਡੇ ਬਲ ਵਾਲਾ ਸੀਗਾ ਵੀ ਉਸ ਬੰਦੇ ਦੇ ਸਮੇਤ ਘੋੜੇ ਨੂੰ ਤਾਂ ਚੁੱਕਦਾ ਹੁੰਦਾ ਹੈਗਾ ਜੀ। ਤੇ ਹੁਣ ਇਹਨੇ ਸੋਚਿਆ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਚੁੱਕਾਂਗਾ। ਬਲ ਪਾ ਕੇ ਨਾ ਘੋੜੇ ਨੂੰ, ਜੱਫਾ ਪਾ ਕੇ ਤੇ ਚੁੱਕਣਾ ਚਾਹੁੰਦਾ ਘੋੜੇ ਨੂੰ ਤਾਂ ਚੁੱਕ ਕੇ ਨਾ ਘੋੜੇ ਨੂੰ ਵੀ ਭਵਾ ਕੇ ਮਾਰਦਾ ਸੀ ਤੇ ਬੰਦੇ ਨੂੰ ਵੀ ਭਵਾ ਕੇ ਮਾਰਦਾ ਹੁੰਦਾ ਸੀ। ਹਾਂਜੀ, ਸਮਰੱਥ ਉਚਾਏ ਸਕਹਿ ਸੁਮੇਰ, ਤਿਸ ਤੇ ਨਾ ਉਠੈ ਗੁਰ ਗੁਰ ਬੜੇ। ਜੋੜੋ ਸਾਰੇ ਹੱਥ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ। ਹੋਰ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਭਾਈ ਸੰਤੋਖ ਸਿੰਘ ਜੀ ਲਿਖਦੇ, ਸੰਗਤ ਜੀ ਦੁਨੀਆ ਦੇ ਜਿੰਨੇ ਵੀ ਪਹਾੜ ਨੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਹੈ ਜੀ। ਹਾਂਜੀ, ਜਿਹਨੂੰ ਸੁਮੇਰ ਕਹਿੰਦੇ ਜੀ, ਸਭ ਤੋਂ ਉੱਚੀ ਚੋਟੀ ਹਿਮਾਲਯ ਪਰਬਤ ਦੀ ਜੀ। ਉਹ ਕਹਿੰਦੇ ਨੇ ਜੇ ਕੋਈ ਮਾਊਂਟ ਐਵਰੈਸਟ ਨੂੰ ਵੀ ਚੁੱਕ ਲੈਣਾ ਜੀ ਤੇ ਉਹਨੂੰ ਇੰਨਾ ਬਲੀ ਹੋਵੇ ਜੀ, ਅਬਲ ਤੇ ਇੰਨਾ ਬਲੀ ਕੋਈ ਹੈ ਹੀ ਨਹੀਂ ਜੀ। ਹਾਂਜੀ, ਇੱਥੇ ਤੇ ਬਣਿਆ ਬਣਾਤਾ ਕਮਰਾ ਨਹੀਂ ਕੋਈ ਤਾਂ ਚੁੱਕ ਸਕਦਾ ਜੀ। ਤੇ ਪਹਾੜ ਚੁੱਕਣਾ ਤੇ ਬੜੀ ਵੱਡੀ ਗੱਲ ਹੈ। ਜੇ ਕੋਈ ਬਲ ਨਾਲ ਪੂਰਾ ਪਹਾੜ ਚੁੱਕ ਲੇ ਉਹ ਗੱਲ ਵੱਖਰੀ ਹੈ। ਇੰਨਾ ਵੱਡਾ ਬਲ ਰੱਖਣ ਵਾਲਾ ਬੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਚੁੱਕ ਸਕਦਾ ਜੀ। ਉਹ ਰੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਨਾ ਜੀ ਇੱਕ ਦਿਨ ਮਨ ਚ ਫੁਰਨਾ ਬਣਾਇਆ ਸੈਰ ਕਰਨ ਦਾ ਜੀ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੇ ਕੁੱਲ ਵਿੱਚੋਂ। ਹਾਂਜੀ, ਉਹ ਉਮਰ ਥੋੜੀ ਜੀ ਬਰਾਬਰ ਸੀਗੀ ਜੀ। ਭਾਈ ਰਾਮ ਕੋਇਰ ਜੀ ਹੋਣਾ ਮਨ ਵਿੱਚ ਵਿਚਾਰ ਕੀਤੀ ਵੀ ਗੁਰੂ ਸਾਹਿਬ ਮੇਰੇ ਵਰਗੇ ਹੀ ਨੇ, ਕੱਦ ਮੇਰੇ ਜਿੱਡਾ ਹੀ ਹੈ, ਉਮਰ ਵੀ ਸਾਡੀ ਬਰਾਬਰ ਜੀ ਹੈ। ਹਾਂਜੀ, ਤੇ ਮਨ ਵਿੱਚ ਫੁਰਨਾ ਵਿਚਾਰਿਆ ਵੀ ਮਹਾਰਾਜ ਦੇ ਸਰੀਰ ਦਾ ਕਿਹੜਾ ਏਡਾ ਭਾਰ ਹੋਣਾ। ਅੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਦੀ ਗੱਲ ਜੀ, ਸਰੀਰ ਦਾ ਕਿਹੜਾ ਇੰਨਾ ਭਾਰ ਹੋਣਾ। ਤੇ ਮਹਾਰਾਜ ਨੂੰ ਪਤਾ ਕੀ ਕਹਿਣ ਲੱਗੇ? ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਅੱਜ ਇਸ ਹੱਥ ਦੇ ਚਰਨ ਰੱਖੋ, ਰਕਾਬ ਚ ਨਾ ਰੱਖੋ ਮਹਾਰਾਜ। ਹੱਥ ਤੇ ਚਰਨ ਰੱਖ ਕੇ ਤੇ ਫਿਰ ਘੋੜੇ ਤੇ ਚੜੋ ਜੀ। ਹਾਂਜੀ, ਘੋੜੇ ਤੇ ਚੜਨਾ ਹੋਏ ਥੱਲੇ ਪਹਿਲਾਂ ਚਰਨ ਟਿਕਾਉਣਾ ਪੈਂਦਾ, ਫਿਰ ਬੰਦਾ ਪਲਾਕੀ ਮਾਰ ਕੇ ਚੜਦਾ। ਮਹਾਰਾਜ ਅੱਜ ਮੇਰੇ ਹੱਥ ਤੇ ਚਰਨ ਰੱਖੋ ਤੇ ਫਿਰ ਚੜੋ, ਆਪਣੀ ਤਾਕਤ ਦਾ ਮਾਣ ਜੀ। ਹਾਂਜੀ, ਮਹਾਰਾਜ ਨੇ ਚਰਨ ਰੱਖਿਆ ਤੇ ਸਾਰੀ ਸ੍ਰਿਸ਼ਟੀ ਦਾ ਭਾਰ ਹੀ ਉਹਨਾਂ ਦੇ ਹੱਥ ਤੇ ਪਾਤਾ ਜੀ। ਅੱਜ ਕੇ ਆਖੋ ਵਾਹਿਗੁਰੂ। ਹੁਣ ਉਹ ਬੰਦਗੀ ਵਾਲੇ ਸੀਗੇ ਜੀ, ਜਾਣ ਕੇ ਸਾਰੀ ਗੱਲ। ਇਹ ਤੇ ਕੰਮ ਗਲਤ ਹੋ ਗਿਆ, ਮੇਰਾ ਹੰਕਾਰ ਵਾਲਾ ਫੁਰਨਾ ਗੁਰੂ ਜੀ ਨੇ ਜਾਣ ਲਿਆ। ਹਾਂਜੀ, ਅਰਦਾਸ ਬੇਨਤੀ ਕੀਤੀ ਮਹਾਰਾਜ ਮੇਰੇ ਕੋ ਇੰਨਾ ਭਾਰ ਸਹਿਣ ਨਹੀਂ ਹੋਣਾ। ਮਨ ਵਿੱਚ ਅਰਦਾਸ ਕੀਤੀ, ਮਨ ਵਿੱਚ, ਤੇ ਦੁਨੀਆ ਬੜਾ ਬੁਰਾ ਭਲਾ ਕਹਿਣਾ ਤੇ ਹੁਣ ਤੁਸੀਂ ਆਪ ਹੀ ਮੈਨੂੰ ਬਚਾਓ। ਵਾਹਿਗੁਰੂ ਦਸਵੇਂ ਪਾਤਸ਼ਾਹ ਨੇ ਫਿਰ ਆਪਣਾ ਬਲ ਘੱਟ ਕੀਤਾ ਜੀ ਤੇ ਮਹਾਰਾਜ ਚੜ੍ਹ ਤੇ ਗਏ ਘੋੜੇ ਤੇ ਮਹਾਰਾਜ ਨੇ ਕਹਿਣ ਲੱਗੇ ਰਾਮ ਕੋਇਰ ਜੀ ਬਾਬੇ ਬੁੱਢੇ ਦੀ ਕੁੱਲ ਵਿੱਚੋਂ ਤਾਂ ਸਾਡਾ ਭਾਰ ਸਹਾਰ ਲਿਆ ਤੁਸੀਂ। ਗੱਜ ਕੇ ਆਖੋ ਵਾਹਿਗੁਰੂ। ਨਹੀਂ ਤੇ ਭਾਰ ਨਹੀਂ ਸੀ ਕੋਈ ਸਹਾਰ ਸਕਦਾ। ਇਹ ਕਹਿਣ ਲੱਗੇ ਤੁਸੀਂ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਤਾਂ ਸਾਡਾ ਭਾਰ ਸਹਾਰ ਲਿਆ। ਇਹਦਾ ਮਤਲਬ ਤਾਂ ਲਿਹਾਜ਼ ਕੀਤਾ ਤੁਹਾਡਾ ਸੀ। ਗੱਜ ਕੇ ਆਖੋ ਵਾਹਿਗੁਰੂ। ਤਾਂ ਲਿਹਾਜ਼ ਹੋ ਗਿਆ ਤੁਸੀਂ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ। ਹੁਣ ਸੁਣੋ, ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਸਮੇਤ ਚੁੱਕਣਾ ਚਾਹੁੰਦਾ ਜੀ। ਜੇ ਕੋਈ ਸੁਮੇਰ ਪਰਬਤ ਨੂੰ ਵੀ ਚੁੱਕਣ ਵਾਲਾ ਹੋਵੇ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਤਰੀਕੇ ਨਾਲ ਨਹੀਂ ਚੁੱਕ ਸਕਦਾ ਜੀ। ਹਾਂਜੀ, ਬਲ ਅਧਿਕ ਕਰਤ ਭਰ ਕੌਰ ਮਾਹੇ, ਟਿਕ ਰਹੇ ਤੁਰੰਗ ਹਾਲਿਓ ਸੋ ਨਾਹੇ। ਹਾਂਜੀ, ਸ਼੍ਰੀ ਹਰਗੋਬਿੰਦ ਪਕਰੰਤ ਜਾਨ, ਹਾਇ ਕੇ ਛੁਟਾਨ ਹਿਤ ਜਤਨ ਠਾਨ। ਐ ਗੁਰਮੁਖੋ, ਉਹ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਜੀ। ਉਹ ਘੋੜੇ ਨੂੰ ਬੜਾ ਹਲਾਵੇ, ਬੜਾ ਤਾਂ ਚੁੱਕੇ, ਬੜਾ ਹਲਾਵੇ। ਗੁਰੂ ਹਰਗੋਬਿੰਦ ਸਾਹਿਬ ਨੇ ਐਸਾ ਭਾਰ ਪਾਇਆ ਘੋੜੇ ਤੇ ਪੈਂਦੇ ਖਾਂ ਘੋੜੇ ਨੂੰ ਹਿਲਾ ਹੀ ਨਹੀਂ ਸਕਿਆ ਜੀ। ਬੜਾ ਯਤਨ ਕਰਦਾ ਜੀ। ਚੁੱਕਣ ਦੀ ਗੱਲ ਤੇ ਪਰਾਂ ਦੀ ਹੈ ਨਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਕਹਿਣ ਲੱਗੇ ਹਿਲਾ ਹੀ ਨਹੀਂ ਸਕਿਆ ਘੋੜੇ ਨੂੰ। ਹਾਂਜੀ ਸ੍ਰੀ ਹਰਿਗੋਬਿੰਦ। ਸ਼੍ਰੀ ਹਰਗੋਬਿੰਦ ਪਕਰੰਤ ਜਾਨ ਹਾਇ ਕੇ ਛੁਟਾਨ ਹਿਤ ਜਤਨ ਠਾਨ। ਸੱਚੇ ਪਾਤਸ਼ਾਹ ਮਹਾਰਾਜ ਨੇ ਜਾਣ ਲਿਆ ਵੀ ਇਹ ਸਾਨੂੰ ਸੁੱਟਣਾ ਚਾਹੁੰਦਾ। ਮਹਾਰਾਜ ਨੇ ਹੁਣ ਵਿਚਾਰ ਕੀਤੀ ਵੀ ਇਹਦੇ ਕੋਲੋਂ ਘੋੜਾ ਛਡਾਈਏ ਆਪਣਾ। ਹਾਂਜੀ। ਦੋਨੋਂ ਰਕਾਬ ਮਾਰੀ ਸੋ ਜੋਰ ਚੰਚਲ ਤੁਰੰਗ ਕੇ ਚਲਨ ਜੋਰ। ਤੇ ਗੱਜ ਕੇ ਆਖੋ ਵਾਹਿਗੁਰੂ। ਰਕਾਬਾਂ ਨੂੰ ਪ੍ਰੇਰਿਆ, ਮਾਰਿਆ ਥੱਲੇ ਵੀ ਘੋੜਾ ਗਾਂ ਨੂੰ ਭੱਜੇ, ਪਰ ਪੈਂਦੇ ਖਾਨ ਨੇ ਘੋੜਾ ਬੜੀ ਘੁੱਟ ਕੇ ਫੜਿਆ ਹੋਇਆ ਸੀ। ਹਾਂਜੀ। ਹਿਲਵੇ ਨਾ ਦੀਨ ਬਲ ਖਾਨ ਠਾਨ। ਪੈਂਦੇ ਖਾਂ ਵੀ ਬੜਾ ਬੱਲੀ ਸੀਗਾ ਜੀ। ਉਹ ਘੋੜਾ ਤੇ ਹੁਣ ਗਾਂ ਵਧਣਾ ਚਾਹੁੰਦਾ ਜੀ, ਪਰ ਘੋੜੇ ਨੂੰ ਪਿੱਛੋਂ ਇਸ ਤਰੀਕੇ ਨਾਲ ਫੜਿਆ ਵੀ ਘੋੜੇ ਕੋਲੋਂ ਗਾਂ ਨਹੀਂ ਹੋਇਆ ਜਾ ਰਿਹਾ। ਹਾਂਜੀ। ਰਾਖਿਓ ਟਿਕਾਏ ਚਹੁ ਚਰਨ ਥਾ। ਉਹਦੇ ਜਿੱਥੇ ਚਰਨ ਨੇ ਉੱਥੇ ਹੀ ਟਿਕੇ ਹੋਏ ਜੀ ਘੋੜੇ ਦੇ। ਹਾਂਜੀ। ਬਲ ਮੈਂ ਵਿਸਾਰ ਗੁਰ ਕੋ ਕੀ ਕਾਂ। ਹਾਂਜੀ। ਤ੍ਰਿਪਤਾਏ ਨਿਹਾਵਲ ਕਰਤ ਖਾਨ। ਮੈਂ ਸਾਧ ਸੰਗਤ ਜੀ ਅਜੇ ਘੋੜਾ ਬੜਾ ਬਲੀ ਹੈ ਜੀ, ਬੜਾ ਬਲੀ ਘੋੜਾ ਅੱਗੇ ਜਾਣਾ ਚਾਹੁੰਦਾ, ਪਰ ਹੁਣ ਕੀ ਕਰੇ ਜੀ, ਵਸ ਨਹੀਂ ਚੱਲਣ ਦਿਆ ਉਹਦਾ ਪੈਂਦੇ ਖਾਂ ਦੇ ਅੱਗੇ। ਤੇ ਪੈਂਦੇ ਖਾਂ ਆਪਣਾ ਵਸ ਚਲਾਉਣਾ ਚਾਹੁੰਦਾ ਵੀ ਮੈਂ ਘੋੜਾ ਚੁੱਕ ਕੇ ਪਰਾਂ ਮਾਰ ਦਿਆਂ, ਤੇ ਘੋੜਾ ਹੋਰ ਕੋ ਚੁੱਕਿਆ ਨਹੀਂ ਜਾ ਰਿਹਾ ਜੀ। ਹਾਂਜੀ। ਸੋ ਖਾਂ ਰਕਾਬ ਥਿਰ ਭਾਸ ਥਾਨ ਅਸ ਅਧਿਕ ਬਲੀ ਭਟ ਪੈਂਦ ਖਾਨ। ਇਸ ਤਰੀਕੇ ਨਾਲ ਘੋੜੇ ਦੇ ਪੈਰ ਉੱਥੇ ਹੀ ਟਿਕੇ ਰਹੇ, ਏਡਾ ਬਲੀ ਸੀ ਪੈਂਦੇ ਖਾਂ ਜੀ। ਹਾਂਜੀ। ਗੁਰ ਲਖਿਓ ਤੁਰੰਗ ਨਹਿ ਚਲਨ ਦੀਨ ਕਰ ਜ਼ੋਰ ਪਾਏ ਬਸ ਆਪਨ ਕੀ। ਪਿਛਲੇ ਪਾਸਿਓਂ ਜ਼ੋਰ ਲਾ ਰਿਹਾ ਸੀ ਪੈਂਦੇ ਖਾਂ ਪੂਰਾ। ਸੱਚੇ ਪਾਤਸ਼ਾਹ ਨੂੰ ਮਹਿਸੂਸ ਹੋਇਆ ਵੀ ਪੈਂਦੇ ਖਾਂ ਆਪਣੀਆਂ ਚਾਲਾਂ ਚੱਲਣ ਦਿਆ, ਤਾਂ ਘੋੜੇ ਨੂੰ ਅੱਗੇ ਨਹੀਂ ਜਾਣ ਦੇ ਰਿਹਾ ਏ। ਹਾਂਜੀ। ਖਰ ਖੜਗ ਪ੍ਰਹਾਰ ਸੋ ਲਗਨ ਨਾਹੇ। ਜੇ ਪਿਛਲੇ ਪਾਸੋਂ ਤਲਵਾਰ ਦਾ ਵਾਰ ਕਰੀਏ, ਪਿਛਲੇ ਪਾਸੇ ਜਾ ਕੇ ਲੱਗਣਾ ਨਹੀਂ ਹੈ, ਵਧੀਆ ਥਾਂ ਤੇ। ਹਾਂਜੀ। ਦਿਸ਼ਬਾਮ ਬਿਖੈ ਅਤ ਨਿਕਟ ਆਹੇ। ਤੇ ਸਾਡੇ ਬੜੇ ਨੇੜੇ ਆ ਖੱਬੇ ਪਾਸਿਓਂ, ਤੇ ਛੇਤੀ ਤਰੀਕੇ ਨਾਲ ਵਾਰ ਨਹੀਂ ਲੱਗਣਾ ਪੈਂਦੇ ਖਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖ ਲਓ, ਪੈਂਦੇ ਖਾਂ ਘੋੜੇ ਸਮੇਤ ਗੁਰੂ ਸਾਹਿਬ ਨੂੰ ਥੱਲੇ ਸੁੱਟਣਾ ਚਾਹੁੰਦਾ, ਤਾਂ ਗੁਰੂ ਸਾਹਿਬ ਨੇ ਵਾਰ ਕਰਨ ਬਾਰੇ ਸੋਚਿਆ ਜੀ। ਅਜੇ ਤੱਕ ਨਹੀਂ ਸੋਚਿਆ, ਹੁਣ ਸੋਚਿਆ ਜੀ। ਹਾਂਜੀ। ਚਿਤਵੰਤ ਗੁਰੂ ਰਿਪ ਹਤਨ ਹੋਤ ਕੋ ਕਰਹਿ ਜਤਨ ਰਹਿ ਜੰਗ ਖੇਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਐਸਾ ਕੋਈ ਯਤਨ ਕਰੀਏ ਜਿਹਦੇ ਨਾਲ ਇਹਦੀ ਇੱਥੇ ਹੀ ਮੌਤ ਹੋ ਜਾਏ ਜੀ। ਹਾਂਜੀ। ਇਹ ਭਾਵ ਜੰਗ ਦੇ ਮੈਦਾਨ 'ਚ ਹੀ ਰਹਿ ਜੇ, ਗਾਂ ਨਾ ਜਾ ਪਾਏ ਅੱਗੇ। ਹਾਂਜੀ। ਤਤਕਾਲ ਗੁਰਵ ਢਾਲਾ ਸੰਭਾਰ ਕਰ ਕੋ ਉਠਾਏ ਕਰ ਬਲ ਵਿਸਾਰ। ਫਿਰ ਇੱਕ ਹੱਥ ਵਿੱਚ ਗੁਰੂ ਸਾਹਿਬ ਦੇ ਢਾਲ ਸੀਗੀ ਜੀ। ਸੱਚੇ ਪਾਤਸ਼ਾਹ ਨੇ ਉਸ ਢਾਲ ਨੂੰ ਨਾ ਜੀ ਬੜੇ ਜ਼ੋਰ ਦੀ ਆਪਣੇ ਹੱਥ ਵਿੱਚ ਬਲ ਨਾਲ ਸਾਂਭਿਆ। ਬੜੇ ਧਿਆਨ ਨਾਲ ਗੱਲ ਸੁਣਿਓ। ਉਸ ਢਾਲ ਨੂੰ ਬਲ ਨਾਲ ਸਾਂਭਿਆ ਜੀ। ਹਾਂਜੀ। ਸਿਰ ਪੈਂਦ ਖਾਨ ਕੇ ਹਤਨ ਤੇ ਬੜੀ ਜ਼ੋਰ ਦੀ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਨੇ ਬੜੀ ਜ਼ੋਰ ਦੀ ਉਹ ਢਾਲ ਜਿਹੜੀ ਸੀ ਪੈਂਦੇ ਖਾਂ ਦੇ ਸਿਰ ਤੇ ਮਾਰੀ ਜੀ ਲਿਆ ਕੇ ਜੀ। ਨਹਿ ਸਕੇ ਸਹਾਰ ਕਰ ਸ਼ੋਰ ਦੀਨ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤੀ ਜ਼ੋਰ ਦੀ ਜਦੋਂ ਢਾਲ ਮਾਰੀ ਨਾ ਜੀ ਉਹਦੇ ਸਿਰ ਤੇ ਜਿਹੜਾ ਪੈਂਦੇ ਖਾਂ ਘੋੜਾ ਨਹੀਂ ਛੱਡਣ ਦਿਆ, ਉਹਦੇ ਉੱਥੋਂ ਘੋੜਾ ਛੁੱਟ ਗਿਆ ਜੀ। ਹਾਂਜੀ। ਤੇ ਘੋੜੇ ਨੂੰ ਤੱਕੇ ਅੱਡੀਆਂ ਲਾਈਆਂ ਮਹਾਰਾਜ ਨੇ, ਭਾਵ ਉਹਨੂੰ ਇਸ਼ਾਰਾ ਕੀਤਾ ਹੀ ਵੇਖ ਲਾਂ ਘੋੜਾ ਗਾਂ ਨੂੰ ਹੋ ਗਿਆ ਜੀ। ਉੱਥਾਂ ਤੋਂ ਨਿਕਲ ਕੇ ਅੱਗੇ ਨੂੰ, ਤੇ ਪੈਂਦੇ ਖਾਂ ਧਰਤੀ ਤੇ ਡਿੱਗ ਗਿਆ ਜੀ ਥੱਲੇ ਜੀ। ਵੇਖ ਲਓ ਕਿੰਨੇ ਵਾਰ ਕੀਤੇ ਜੀ ਇਹਨੇ। 3 ਵਾਰ ਤੇ ਤਲਵਾਰ ਦੇ ਕੀਤੇ, ਚੌਥਾ ਘੋੜੇ ਸਮੇਤ ਸੁੱਟਣਾ ਚਾਹਿਆ ਜੀ। ਤੇ ਗੁਰੂ ਸਾਹਿਬ ਨੇ ਅਜੇ ਤਲਵਾਰ ਦਾ ਨਹੀਂ ਕੀਤਾ, ਸੱਚੇ ਪਾਤਸ਼ਾਹ ਨੇ ਅਜੇ ਢਾਲ ਦਾ ਹੀ ਵਾਰ ਕੀਤਾ ਜੀ, ਢਾਲ ਦਾ ਜੀ। ਹਾਂਜੀ। ਥਿਰ ਭਇਓ ਕੁਸ਼ਕ ਬਹੁ ਘੂਮ ਘੂਮ। ਹਾਂਜੀ। ਗਿਰ ਪਰਿਓ ਭੂਮ ਬਹੁ ਝੂਮ ਝੂਮ। ਤੇ ਗੱਜ ਕੇ ਆਖੋ ਵਾਹਿਗੁਰੂ। ਪੈਂਦੇ ਖਾਂ ਤੇ ਝੂਮਦਾ ਹੋਇਆ ਜੀ, ਘੁੰਮਦਾ ਹੋਇਆ, ਇਹਦਾ ਸਿਰ ਘੁੰਮ ਗਿਆ ਜੀ। ਹਾਂਜੀ। ਹੁਣ ਵੇਖੋ ਸਵਾ ਸ਼ੇਰ ਦਾ ਤੇ ਫੁੱਲ ਹੀ ਲੱਗਾ ਜੀ ਢਾਲ ਨੂੰ ਜੀ। ਹਾਂਜੀ। ਜਦੋਂ ਢਾਲ ਵੱਜੀ ਸਿਰ ਤੇ ਟਿਕਾਣੇ ਜਾ ਕੇ ਸਿਰ ਇਹਦਾ ਘੁੰਮਣ ਲੱਗ ਪਿਆ ਜੀ। ਹਾਂਜੀ। ਜਾਨੂਨ ਭਾਰ ਹੋਇ ਕੈ ਬਿਹਾਰ। ਪਹਿਲਾਂ ਤੇ ਗੋਡਿਆਂ ਦੇ ਭਾਰ ਨਾਲ ਥੱਲੇ ਬੈਠਾ ਜੀ ਇਹ। ਹਾਂਜੀ। ਸ਼ਿਤ ਪਰ ਜੋ ਪਰਿਓ ਮੁਰਸ਼ਾ ਵਿਸਾਰ। ਪਰ ਗੁਰਮੁਖੋ ਇਹ ਅੱਗੋਂ ਭਾਈ ਸੰਤੋਖ ਸਿੰਘ ਜੀ ਦੱਸਦੇ, ਕਹਿਣ ਲੱਗੇ ਗੋਡਿਆਂ ਦੇ ਭਾਰ ਤੇ ਸਿਆ ਨਾ ਗਿਆ, ਥੱਲੇ ਡਿੱਗ ਗਿਆ, ਲੰਮੇ ਪੈ ਗਿਆ ਤੇ ਬੇਹੋਸ਼ ਹੋ ਗਿਆ ਪੈਂਦੇ ਖਾਂ ਜੀ। ਗੱਜ ਕੇ ਆਖੋ ਪੈਂਦੇ ਖਾਂ ਕੀ ਹੋ ਗਿਆ ਜੀ? ਬੇਹੋਸ਼ ਹੋ ਗਿਆ ਜੀ। ਪੈਂਦੇ ਖਾਂ ਬੇਹੋਸ਼ ਹੋ ਗਿਆ ਜੀ। ਹੁਣ ਇਹਦੇ ਤੋਂ ਅਗਲੀ ਕਥਾ ਤਾਂ ਆਪਾਂ ਕੱਲ ਨੂੰ ਸੁਣਾਂਗੇ ਜੀ।
ਹੁਣ ਮਹਾਰਾਜ ਅੱਗੋਂ ਕੀ ਕਰਦੇ ਪੈਂਦੇ ਖਾਨਾ ਜੀ, ਵੇਖ ਲਓ ਕਿੰਨੇ ਜ਼ੋਰ ਲਾਏ ਜੀ, ਤੇ ਗੁਰੂ ਜੀ ਨੇ ਤੇ ਜੇ ਢਾਲ ਹੀ ਮਾਰੀ ਤੇ ਬੇਹੋਸ਼ ਹੋ ਕੇ ਡਿੱਗ ਗਿਆ ਜੀ। ਹਾਂਜੀ, ਬੰਦਾ ਜਿੰਨਾ ਮਰਜ਼ੀ ਆਪਣੇ ਬਲ ਦੀਆਂ ਗੱਲਾਂ ਕਰੇ, ਇੱਥੇ ਬਲ ਨਹੀਂ ਚੱਲਦਾ। ਅਤ ਸੂਰਾ ਜੇ ਕੋਊ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਗੱਜ ਕੇ ਆਖੋ, ਜੇ ਕੋਈ ਆਪਣੇ ਆਪ ਨੂੰ ਬੜਾ ਸੂਰਮਾ ਸਮਝਦਾ ਹੋਵੇ ਵੀ ਮੈਂ ਬੜਾ ਹੀ ਸੂਰਮਾ, ਮੈਂ ਬੜਾ ਸੂਰਮਾ, ਮੈਂ ਬੜਾ ਭਲਵਾਨ ਆ, ਮੈਂ ਬੜਾ ਲੰਮਾ ਚੌੜਾ, ਮੈਂ ਬੜਾ ਯੋਧਾ ਆ, ਤੇ ਗੁਰਮੁਖੋ ਰੱਬ ਦੀ ਸ਼ਕਤੀ ਤੋਂ ਬਗੈਰ ਕੱਖ ਨਹੀਂ ਕਰ ਸਕਦਾ ਜੀ। ਸਰੀਰ ਭਾਵੇਂ ਜਿੱਡਾ ਮਰਜੀ, ਰੱਬ ਦੀ ਜੋਤ ਤੇ ਓਡੀ ਜਗਨ ਦੀ ਜਿੱਡੀ ਮਧਰੇ ਵਿੱਚ ਜਗਨ ਦਈ ਜੀ। ਹਾਂਜੀ, ਹੁਣ ਵੇਖੋ ਪੈਂਦੇ ਖਾਂ ਦਾ ਕੱਲ ਨੂੰ ਕੀ ਹੁੰਦਾ ਜੀ। ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਤੁਸੀਂ ਕੱਲ ਨੂੰ ਸੁਣਿਓ। ਪੈਂਦੇ ਖਾਂ ਬੇਹੋਸ਼ ਹੋ ਗਿਆ ਜੀ, ਗੁਰੂ ਜੀ ਦਾ ਘੋੜਾ ਅੱਗੇ ਲੰਘ ਗਿਆ। ਮਹਾਰਾਜ ਘੋੜਾ ਫੇਰ ਕੇ ਵਾਪਸ ਆਉਂਦੇ ਤੇ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਇਹ ਤੇ ਬੇਹੋਸ਼ ਹੋ ਗਿਆ। ਹਾਂਜੀ, ਹੁਣ ਮਹਾਰਾਜ ਨੇ ਫਿਰ ਕੀ ਕਰਨਾ ਜੀ, ਫਿਰ ਵੀ ਅਜੇ ਬਖਸ਼ਣਾ, ਪਰ ਜੋ ਵੀ ਹੋਣਾ ਤੁਸੀਂ ਕੱਲ ਨੂੰ ਸੁਣਿਓ। ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ, ਸਾਰਿਆਂ ਤੇ ਗੁਰੂ ਜੀ ਕਿਰਪਾ ਹੀ ਰੱਖਣ, ਦਇਆ ਰੱਖਣ। ਕਦੀ ਵੀ ਇਹੋ ਜੀ ਅਕਿਰਤ ਘਣਾ ਸਾਡੇ ਅੰਦਰ ਨਾ ਆਵੇ ਜੀ। ਜਿਹੋ ਜੀ ਅਕਿਰਤ ਘਣਤਾ ਆ ਗਈ ਨਾ ਪੈਂਦੇ ਖਾਂ ਵਿੱਚ, ਉਹੋ ਜੀ ਦੁਨੀਆ ਦੇ ਕਿਸੇ ਵੀ ਬੰਦੇ ਵਿੱਚ ਨਾ ਆਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹਦੇ ਤੋਂ ਅਗਲਾ ਫਿਰ ਕੱਲ ਨੂੰ ਸੁਣਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਤੇ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।